ਮੇਨਲੀ ਇਹ ਉਹਨਾਂ ਲਈ ਕਲਾਸ ਆ ਜਿਨ੍ਹਾਂ ਨੇ ਕੱਲ CDP ਦੀ ਕਲਾਸ ਜੋ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਲੱਗੀ ਸੀ ਉਹ ਨਹੀਂ ਲਾਈ। ਕੋਈ ਕੱਲ ਵਾਲਾ ਵੀ ਜੁਆਇਨ ਕਰ ਰਿਹਾ ਤਾਂ ਉਹਨੂੰ ਰੀਕਾਲ ਹੋ ਜਾਏਗਾ, ਕੋਈ ਉਹਦੀ ਇੰਨੀ ਟੈਨਸ਼ਨ ਨਹੀਂ ਹੈ। ਸੋ ਸਟਾਰਟ ਕਰਦੇ ਹਾਂ ਆਪਾਂ। ਬੇਸਿਕਲੀ ਆਪਾਂ ਸਟਾਰਟ ਕਰਾਂਗੇ ਸਾਈਕੋਲੋਜੀ ਦੇ ਕੁਝ ਮੇਨ ਟਰਮਸ ਹੈਗੇ ਆ, ਮੇਨ ਵਰਡਸ ਆ, ਉਹਨਾਂ ਬਾਰੇ ਦੇਖਾਂਗੇ ਕਿ ਇਹਨਾਂ ਦਾ ਮੀਨਿੰਗ ਕੀ ਆ, ਇਹਨਾਂ ਦੀ ਉਤਪਤੀ ਕਿਸ ਵਰਡ ਤੋਂ ਹੋਈ ਆ ਔਰ ਕਿਸ ਲੈਂਗੁਏਜ ਤੋਂ ਇਹ ਲਏ ਗਏ ਆ। ਇਹਨਾਂ ਉੱਪਰ ਕੁਐਸਚਨ ਆਉਂਦਾ ਹੈ। ਸੋ ਸਕਰੀਨ ਤੇ ਕੁਝ ਵੀ ਸ਼ੋ ਨਹੀਂ ਹੋਏਗਾ ਕਿਸੇ ਨੂੰ, ਮੇਨਲੀ ਬਸ ਸਪੀਚ ਲੈਸ ਹੋਏਗੀ, ਲੈਕਚਰ ਟਾਈਪ। ਸੋ ਅਗਰ ਤੁਸੀਂ ਕਾਪੀ ਪੈਨ ਲੈ ਕੇ ਬੈਠੇ ਹੋ ਤਾਂ ਉਹ ਨੋਟ ਕਰਦੇ ਜਾਣਾ। ਸਭ ਤੋਂ ਪਹਿਲਾ ਵਰਡ ਹੈ ਸਾਈਕੋਲੋਜੀ। ਸਾਈਕੋਲੋਜੀ ਜੋ ਵਰਡ ਹੈ ਸਾਈਕੋ ਪਲਸ ਲੋਗੋਸ ਤੋਂ ਬਣਿਆ। ਦੋ ਵਰਡ ਹੈ ਸਾਈਕੋ ਪਲਸ ਲੋਗੋਸ, ਜਿਸ ਵਿੱਚ ਸਾਈਕੋ ਦਾ ਮਤਲਬ ਹੈ ਆਤਮਾ ਔਰ ਲੋਗੋਸ ਦਾ ਮਤਲਬ ਹੈ ਵਿਗਿਆਨ। ਮਤਲਬ ਸਾਈਕੋਲੋਜੀ ਦਾ ਮੀਨਿੰਗ ਹੈ ਆਤਮਾ ਦਾ ਵਿਗਿਆਨ। ਜਿਨ੍ਹਾਂ ਨੇ ਸਵੇਰ ਦੀ ਕਲਾਸ ਲਾਈ ਹੈ ਉਹਨਾਂ ਨੂੰ ਮੈਂ ਦੱਸ ਚੁੱਕਿਆ ਕਿ ਸਾਈਕੋਲੋਜੀ ਦਾ ਹੁਣ ਮੀਨਿੰਗ ਆਤਮਾ ਦਾ ਵਿਗਿਆਨ ਨਹੀਂ ਰਿਹਾ ਹੈ, ਹੁਣ ਜੋ ਹੈ ਇਹ ਵਿਵਹਾਰ ਦਾ ਵਿਗਿਆਨ ਹੋ ਚੁੱਕਿਆ ਹੈ। ਠੀਕ ਹੈ। ਦੂਸਰਾ ਜੋ ਵਰਡ ਹੈ ਐਜੂਕੇਸ਼ਨ। ਐਜੂਕੇਸ਼ਨ ਜੋ ਹੈ ਐਜੂਕੇਅਰ ਤੋਂ ਲਿਆ ਗਿਆ ਨਿਕਲਿਆ ਵਰਡ ਹੈ, ਜੋ ਇੱਕ ਲੈਟਿਨ ਵਰਡ ਹੈ। ਐਜੂਕੇਅਰ ਇੱਕ ਲੈਟਿਨ ਵਰਡ ਹੈ ਜਿਸ ਦਾ ਮਤਲਬ ਹੈ ਸਿੱਖਿਆ ਦੇਣਾ ਜਾਂ ਉੱਪਰ ਨੂੰ ਉਠਾਉਣਾ। ਮਤਲਬ ਕਿਸੇ ਵਿਅਕਤੀ ਨੂੰ ਸਿੱਖਿਆ ਦੇ ਕੇ ਉਹਦੇ ਚਰਿੱਤਰ ਦਾ ਨਿਰਮਾਣ ਕਰਨਾ, ਉਹਦੀ ਪਰਸਨੈਲਿਟੀ ਦਾ ਨਿਰਮਾਣ ਕਰਨਾ। ਇਹਦੇ ਵਿੱਚ ਹੁਣ ਪਰਸਨੈਲਿਟੀ ਵਰਡ ਆਇਆ। ਸਾਈਕੋਲੋਜੀ ਦੇ ਵਿੱਚ ਵੀ ਪਰਸਨੈਲਿਟੀ ਦੇ ਉੱਪਰ ਚੈਪਟਰ ਹੈ ਇੱਕ। ਪਰਸਨੈਲਿਟੀ ਦਾ ਮਤਲਬ ਹੈ ਵਿਅਕਤੀਤਵ, ਸ਼ਖਸੀਅਤ, ਬੰਦੇ ਦੀ ਕਿਸ ਤਰ੍ਹਾਂ ਦੀ ਸ਼ਖਸੀਅਤ ਹੈ। ਪਰਸਨੈਲਿਟੀ ਜੋ ਵਰਡ ਹੈ ਉਹ ਪਰਸੋਨਾ ਤੋਂ ਨਿਕਲਿਆ ਹੈ। ਪਰਸੋਨਾ ਜੋ ਹੈ ਲੈਟਿਨ ਵਰਡ ਹੈ ਜਿਸ ਦਾ ਮਤਲਬ ਹੈ ਮਖੌਟਾ ਜਾਂ ਜਿਹਨੂੰ ਆਪਾਂ ਕਹਿ ਲਈਏ ਨਕਾਬ। ਠੀਕ ਹੈ। ਇੱਕ ਵਰਡ ਹੈ ਹੈਬਿਟ। ਹੈਬਿਟ ਦਾ ਮਤਲਬ ਹੈ ਆਦਤ। ਇਹਦੀ ਉਤਪਤੀ ਹੋਈ ਹੈ ਹੈਬਿਟਸ ਤੋਂ। ਹੈਬਿਟਸ ਜੋ ਹੈ ਇੱਕ ਲੈਟਿਨ ਵਰਡ ਹੈ ਜਿਸ ਦਾ ਮਤਲਬ ਹੈ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ। ਇਹਨੂੰ ਅਗਰ ਆਪਾਂ ਰਿਲੇਟ ਕਰਾਂਗੇ ਤਾਂ ਵਾਰਿਸ ਸ਼ਾਹ ਨੇ ਕਿਹਾ ਸੀ, ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਠੀਕ ਇਸੇ ਤਰ੍ਹਾਂ ਹੀ ਆਪਾਂ ਜੇਕਰ ਆਪਣੀ ਕੋਈ ਆਦਤ ਬਣ ਗਈ ਹੈ ਤਾਂ ਉਹਨੂੰ ਛੱਡਣ ਲਈ ਕਾਫੀ ਮਿਹਨਤ ਦੀ ਲੋੜ ਹੈ। ਠੀਕ ਹੈ। ਇੱਕ ਵਾਰੀ ਕੋਈ ਬੰਦਾ ਨਸ਼ੇ ਦੀ ਲੱਤ ਲੱਗ ਗਈ ਹੈ ਤਾਂ ਉਹਨੂੰ ਨਸ਼ੇ ਦੀ ਲੱਤ ਛੁੱਟਣੀ ਬਹੁਤ ਔਖੀ ਹੋ ਜਾਂਦੀ ਹੈ। ਐਵੇਂ ਹੀ ਇੱਕ ਵਰਡ ਹੈ ਮੋਟੀਵੇਸ਼ਨ। ਮੋਟੀਵੇਸ਼ਨ ਦਾ ਮਤਲਬ ਹੈ ਅਭਿਪ੍ਰੇਰਨਾ ਜਾਂ ਪ੍ਰੇਰਿਤ ਕਰਨਾ ਕਿਸੇ ਨੂੰ। ਮੋਟੀਵੇਸ਼ਨ ਜੋ ਵਰਡ ਹੈ ਮੋਟਮ ਤੋਂ ਨਿਕਲਿਆ। ਮੋਟਮ ਜੋ ਹੈ ਲੈਟਿਨ ਵਰਡ ਹੈ। ਇਸ ਦਾ ਮਤਲਬ ਹੈ ਟੂ ਮੂਵ, ਮਤਲਬ ਕਿਸੇ ਨੂੰ ਗਤੀ ਦੇ ਦੇਣਾ। ਮੋਟੀਵੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਅੰਦਰੂਨੀ ਜੋ ਆਪਣੇ ਆਪ ਹੀ ਆਪਣੇ ਅੰਦਰੋਂ ਨਿਕਲਦੀ ਹੈ, ਇੱਕ ਹੁੰਦੀ ਹੈ ਬਾਹਰੀ, ਮਤਲਬ ਕਿਸੇ ਦੂਜੇ ਵਿਅਕਤੀ ਦੁਆਰਾ ਆਪਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਸਾਡਾ ਮਨ ਸਟੱਡੀ ਵਿੱਚ ਨਹੀਂ ਲੱਗ ਰਿਹਾ, ਮੋਟੀਵੇਸ਼ਨਲ ਵੀਡੀਓ, ਉਹ ਜੋ ਮੋਟੀਵੇਸ਼ਨ ਹੈ ਉਹ ਆਪਾਂ ਨੂੰ ਬਾਹਰੋਂ ਮਿਲਦੀ ਹੈ। ਕਈ ਵਾਰੀ ਆਪਣਾ ਖੁਦ ਦਾ ਮਨ ਕਰਦਾ ਕਿ ਚਲੋ ਆਪਾਂ ਪੜ੍ਹ ਲੈਂਦੇ ਹਾਂ, ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ, ਐਗਜ਼ਾਮ ਨੂੰ ਕਰੈਕ ਕਰਨਾ ਹੈ, ਉਹ ਆਪਣੇ ਅੰਦਰੋਂ ਨਿਕਲੀ ਹੋਈ ਮੋਟੀਵੇਸ਼ਨ ਹੈ। ਠੀਕ ਹੈ। ਐਵੇਂ ਹੀ ਇੱਕ ਵਰਡ ਹੈ ਅਡੋਲਸੈਂਸ। ਅਡੋਲਸੈਂਸ ਦਾ ਮਤਲਬ ਹੈ ਕਿਸ਼ੋਰ ਅਵਸਥਾ। ਇਹ ਜੋ ਵਰਡ ਹੈ ਅਡੋਲੇਸ਼ੀਅਰ ਤੋਂ ਨਿਕਲਿਆ, ਇੱਕ ਲੈਟਿਨ ਵਰਡ ਹੈ ਜਿਸ ਦਾ ਮਤਲਬ ਹੈ ਵਾਦਾ। ਠੀਕ ਹੈ। ਇੱਥੋਂ ਤੱਕ ਕਿਸੇ ਨੂੰ ਕੋਈ ਡਾਊਟ ਹੋਏ ਤਾਂ ਪੁੱਛ ਸਕਦਾ ਹੈ, ਫਿਰ ਆਪਾਂ ਅੱਗੇ ਕੋਈ ਹੋਰ ਡਿਸਕਸ ਕਰਾਂਗੇ ਟੌਪਿਕ, ਕਿਉਂਕਿ ਵਰਡਸ ਦੇ ਬਾਰੇ ਤੁਹਾਨੂੰ ਸਮਝਣਾ ਜ਼ਰੂਰੀ ਹੈ। ਪੇਪਰ ਦੇ ਵਿੱਚ ਇਹਨੂੰ ਲੈ ਕੇ ਕੁਐਸਚਨ ਆਉਂਦਾ ਹੈ। ਸੋ ਕਿਸੇ ਨੂੰ ਡਾਊਟ ਹੈ ਤਾਂ ਪੁੱਛ ਸਕਦਾ ਉਹ। ਹੈ ਕਿਸੇ ਨੂੰ ਡਾਊਟ ਜਾਂ ਚਲੀਏ ਅੱਗੇ? ਸਰ ਤੁਸੀਂ ਅਲਾਓ ਨਹੀਂ ਕੀਤਾ ਹੋਇਆ ਬੋਲਣ ਲਈ, ਪਰਮਿਸ਼ਨ ਦੇ ਦਿਓ ਸਰ, ਅਲਾਓ ਕਰੋ ਬੋਲਣ ਲਈ। 1 ਮਿੰਟ ਵੇਟ ਕਰੋ। ਫੋਨ ਦੇਖਿਓ ਕਰਕੇ ਹੋ ਰਿਹਾ ਓਕੇ। ਹਾਂਜੀ ਹੈਂਡ ਰੇਜ਼ ਕਰ ਲਿਓ 1 ਬਾਏ 1, ਆਪਾਂ ਚੱਲਦੇ ਹਾਂ। ਹਾਂਜੀ ਨਿਸ਼ਾ, ਹਾਂ ਕਿਉਂਕਿ ਮੈਂ ਮਿਊਟ ਇਸ ਲਈ ਕੀਤਾ ਕਿਉਂਕਿ ਵਿੱਚ ਫਿਰ ਸਾਰੇ ਬੋਲਦੇ ਆ ਤਾਂ ਕਿਸੇ ਨੂੰ ਸਮਝ ਨਹੀਂ ਆਏਗਾ ਨਾ।
हाँ जी, कोई क्वेश्चन है या डाउट है? डाउट नहीं है, सुन रहे लेक्चर, फर्स्ट ओके टाइम क्लास लगा रहे हैं, अच्छा समझा रहे हैं ओके। सर। रजनी बाजवा ने हैंड रेज किया है। हैबिट वाला नहीं समझ आया, जरा दोबारा दसे सर। हैबिट ਦਾ ਮਤਲਬ ਹੈ ਆਦਤ। ਜਿਵੇਂ ਕੋਈ ਆਪਾਂ ਨੂੰ ਆਦਤ ਲੱਗ ਜਾਂਦੀ ਹੈ, ਜਿਵੇਂ ਆਪਾਂ ਦੇਖਦੇ ਹਾਂ ਕਿਸੇ ਨੂੰ ਨਸ਼ੇ ਦੀ ਲੱਤ ਲੱਗ ਜਾਂਦੀ ਹੈ, ਕੋਈ ਸ਼ਰਾਬ ਪੀਣਾ ਸ਼ੁਰੂ ਕਰ ਦਿੰਦਾ ਹੈ, ਜਾਂ ਉਵੇਂ ਹੀ ਕੋਈ ਮੂਵੀਜ਼ ਦੀ ਲੱਤ ਲੱਗ ਜਾਂਦੀ ਹੈ ਕਿ ਹਫਤੇ 'ਚ ਆਪਾਂ ਇੱਕ ਮੂਵੀ ਦੇਖਣੀ ਹੈ, ਜਾਂ ਕੋਈ ਹੋਰ ਲੱਤ ਹੈ ਇਸ ਤਰ੍ਹਾਂ ਦੀ। ਮਤਲਬ ਆਪਾਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ, ਜਿਵੇਂ ਵਾਰਿਸ ਸ਼ਾਹ ਨੇ ਲੈਟਿਨ ਵਰਡ ਹੈ, ਲੈਟਿਨ ਵਰਡ। ਹਾਂਜੀ, ਹੋਰ ਕਿਸੇ ਦਾ ਕੋਈ ਡਾਊਟ? ਰਜਨੀ ਬਾਜਵਾ ਨੇ ਹੈਂਡ ਰੇਜ਼ ਕੀਤਾ ਹੈ। ਹਾਂਜੀ ਬੋਲੋ। ਹਾਂਜੀ ਬੋਲੋ। ਅੱਛਾ, हैंड डाउन कर लिया। और किसी का डाउट तो नहीं? अगे चलिए। चलो मैं एक बारी फिर म्यूट करन लग्या ऑल, फिर आप जो डिस्कस करांगे उस तो बाद मैं अनम्यूट कर दा। एक इन्हां ते भी क्वेश्चन आउंदा है कि जो मनोविग्यानिक सी, ਇੱਕ ਇਹਨਾਂ ਤੇ ਵੀ ਕੁਐਸਚਨ ਆਉਂਦਾ ਹੈ ਕਿ ਜਿਹੜੇ ਮਨੋਵਿਗਿਆਨਿਕ ਸੀ ਜਿਨ੍ਹਾਂ ਨੇ ਸਾਈਕੋਲੋਜੀ ਦੇ ਵਿੱਚ ਆਪਣੀਆਂ ਆਪਣੀਆਂ ਥਿਊਰੀਜ਼ ਦਿੱਤੀਆਂ, ਉਹ ਕਿਸ ਦੇਸ਼ ਤੋਂ ਸੀ? ਇਹਨਾਂ ਉੱਪਰ ਕੁਐਸਚਨ ਆਉਂਦਾ ਹੈ। ਮੇਨਲੀ ਆਪਾਂ 6-7 ਬੰਦਿਆਂ ਦੇ ਨਾਂ, ਉਹਨਾਂ ਦੇ ਦੇਸ਼ਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਉਹਨਾਂ ਦੇ ਦੇਸ਼ਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਸੋ ਮੇਨਲੀ ਆਪਾਂ ਉਹਨਾਂ ਬਾਰੇ ਡਿਸਕਸ ਕਰਾਂਗੇ। ਕੁਝ 6-7 ਨਾਮ ਹੈਗੇ ਆ। ਸਭ ਤੋਂ ਪਹਿਲਾ ਨਾਮ ਹੈ ਸਟੈਨਲੇ ਹਾਲ। ਸਟੈਨਲੇ ਹਾਲ ਜੋ ਹੈ USA ਅਮਰੀਕਾ ਤੋਂ ਸੀ। JB ਵਾਟਸਨ, ਸਵੇਰ ਦੀ ਕਲਾਸ ਜਿਨ੍ਹਾਂ ਨੇ ਲਗਾਈ ਹੋਏਗੀ, ਵਾਟਸਨ ਨੇ ਵਿਵਹਾਰਵਾਦ, ਜੋ ਮਨੁੱਖੀ ਬਿਹੇਵੀਅਰ ਹੈ ਉਹਦੇ ਉੱਪਰ ਜੋ ਹੈ ਥਿਊਰੀ ਦਿੱਤੀ ਹੈ। ਮਨੋਵਿਗਿਆਨ ਵੀ ਵਿਵਹਾਰਵਾਦ ਦਾ ਹੀ ਹੁਣ ਜੋ ਹੈ ਵਿਸ਼ਾ ਹੈ। ਸੋ JB ਵਾਟਸਨ ਜੋ ਸੀ ਉਹ ਵੀ USA ਤੋਂ ਸੀ। ਫਿਰ ਆਉਂਦੇ ਆ ਇੱਕ ਸਕਿਨਰ ਵੀ USA ਤੋਂ ਸੀ। ਔਰ ਥੋਰਨੋਡਾਈਕ ਵੀ USA ਤੋਂ ਸੀ। ਇਹ ਪਹਿਲਾਂ ਮੈਂ USA ਵਾਲੇ ਇਸ ਲਈ ਦੱਸਿਆ ਕਿ ਤੁਹਾਨੂੰ ਯਾਦ ਰੱਖਣਾ ਸੌਖਾ ਹੋ ਜਾਏਗਾ। ਹੁਣ ਆਉਂਦੇ ਆ ਅਲਬਰਟ ਬੰਡੂਰਾ। ਜੋ ਬੰਡੂਰਾ ਸੀ ਉਹ ਕੈਨੇਡਾ ਤੋਂ ਸੀ। ਔਰ ਪੋਵਲੋਵ ਰੂਸ ਤੋਂ ਸੀ। ਔਰ ਫਰੋਬਲ ਜੋ ਸੀ ਜਰਮਨੀ ਤੋਂ ਸੀ। ਠੀਕ ਹੈ, ਇਹੀ 6-7 ਨਾਮ ਸੀ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ। ਇਹਨਾਂ ਉੱਪਰ ਕੁਐਸਚਨ ਆ ਜਾਏਗਾ ਕਿ ਵਾਟਸਨ ਕਿੱਥੋਂ ਦੇ ਰਹਿਣ ਵਾਲੇ ਸੀ? ਉਹ USA ਤੋਂ ਸੀ। ਮੇਨਲੀ ਤੁਸੀਂ 3 ਬੰਦਿਆਂ ਦੇ ਨਾਮ ਯਾਦ ਰੱਖ ਲਓ। ਅਲਬਰਟ ਬੰਡੂਰਾ ਕੈਨੇਡਾ ਤੋਂ ਸੀ, ਪੋਵਲੋਵ ਰੂਸ ਤੋਂ ਸੀ, ਔਰ ਫਰੋਬਲ ਜਰਮਨੀ ਤੋਂ ਸੀ। ਬਾਕੀ ਜਿੰਨੇ ਵੀ ਹੈਗੇ ਆ ਉਹ USA ਤੋਂ ਸੀ। ਠੀਕ ਹੈ, ਇਹਨਾਂ ਬਾਰੇ ਹੀ ਪੁੱਛਿਆ ਜਾਂਦਾ ਹੈ। ਇੱਕ ਟਿਚਨਰ ਹੈ, ਉਹ ਇੰਗਲੈਂਡ ਤੋਂ ਸੀ। ਸੋ ਹੋਪ ਇਹਦੇ ਵਿੱਚ ਤਾਂ ਕੋਈ ਡਾਊਟ ਨਹੀਂ ਰਿਹਾ ਹੋਏਗਾ। ਹੁਣ ਗੱਲ ਕਰਦੇ ਹਾਂ ਆਪਾਂ ਜੋ ਸਿੱਖਿਆ ਮਨੋਵਿਗਿਆਨ ਦੇ ਵਿੱਚ ਮੈਥਡ ਨੇ ਪੜ੍ਹਾਉਣ ਦੇ, ਵਿਧੀਆਂ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ। ਇਹ 5-6 ਵਿਧੀਆਂ ਨੇ ਜਿਨ੍ਹਾਂ ਬਾਰੇ ਆਪਾਂ ਡਿਸਕਸ ਕਰਾਂਗੇ। ਪਹਿਲੀ ਵਿਧੀ ਹੈ ਅੰਤਰਦਰਸ਼ਨ ਵਿਧੀ, ਜਿਹਨੂੰ ਕਹਿੰਦੇ ਆ ਇੰਟਰੋਸਪੈਕਟਿਵ ਮੈਥਡ। ਅੰਤਰਦਰਸ਼ਨ ਵਿਧੀ ਦਾ ਮਤਲਬ ਹੈ ਆਪਣੇ ਅੰਦਰ ਵੱਲ ਦੇਖਣਾ, ਅੰਦਰ ਦੀਆਂ ਕਿਰਿਆਵਾਂ ਵੱਲ ਦੇਖਣਾ, ਮਤਲਬ ਆਪਣੇ ਮਨ ਦੀ ਝਾਤ। ਇਹ ਜੋ ਅੰਤਰਦਰਸ਼ਨ ਵਿਧੀ ਹੈ ਮਨੋਵਿਗਿਆਨ ਦੀ ਸਭ ਤੋਂ ਪ੍ਰਾਚੀਨ ਵਿਧੀ ਹੈ। ਜਿਵੇਂ ਮੈਂ ਸਵੇਰ ਦੇ ਲੈਕਚਰ ਵਿੱਚ ਦੱਸਿਆ ਸੀ ਕਿ ਮਨੋਵਿਗਿਆਨ ਜੋ ਹੈ ਆਤਮਾ ਦਾ ਵਿਗਿਆਨ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਕੀ ਹੋਇਆ? ਮਨ ਦਾ ਵਿਗਿਆਨ ਕਿਹਾ ਗਿਆ, ਫਿਰ ਚੇਤਨ ਦਾ ਵਿਗਿਆਨ, ਫਿਰ ਵਿਵਹਾਰ ਦਾ ਵਿਗਿਆਨ ਕਿਹਾ ਗਿਆ ਮਨੋਵਿਗਿਆਨ। ਸੋ ਇਹ ਮਨੋਵਿਗਿਆਨ ਦੀ ਸਭ ਤੋਂ ਪ੍ਰਾਚੀਨ ਵਿਧੀ ਹੈ। ਇਹਦੇ ਤੇ ਕੁਐਸਚਨ ਆ ਜਾਂਦਾ ਹੈ ਕਿ ਮਨੋਵਿਗਿਆਨ ਦੀ ਸਭ ਤੋਂ ਪ੍ਰਾਚੀਨਤਮ, ਸਭ ਤੋਂ ਪੁਰਾਣੀ ਵਿਧੀ ਕਿਹੜੀ ਹੈ? ਉਹ ਹੈ ਅੰਤਰਦਰਸ਼ਨ ਵਿਧੀ। ਇਹ ਇਸ ਲਈ ਹੈ ਅੰਤਰਦਰਸ਼ਨ ਵਿਧੀ ਕਿਉਂਕਿ ਜਦੋਂ ਮਨੋਵਿਗਿਆਨ ਦੀ ਸ਼ੁਰੂਆਤ ਹੋਈ ਸੀ, ਦਰਸ਼ਨ ਸ਼ਾਸਤਰ ਤੋਂ ਅਲੱਗ ਹੋਣਾ ਸ਼ੁਰੂ ਹੋਇਆ ਸੀ ਮਨੋਵਿਗਿਆਨ, ਉਦੋਂ ਆਤਮਾ ਦਾ ਵਿਗਿਆਨ ਸੀ। ਇਸ ਲਈ ਜੋ ਹੈ ਅੰਤਰਦਰਸ਼ਨ ਵਿਧੀ ਵਿੱਚ ਆਪਣੇ ਅੰਦਰ ਵੱਲ ਦੇਖਣ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਸੀ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਜੇਕਰ ਆਪਾਂ ਇਹਨੂੰ ਈਜ਼ੀ ਵੇ ਨਾਲ ਸਮਝੀਏ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ, ਇਹਦੇ ਵਿੱਚ ਹੁੰਦਾ ਹੈ ਜਿਵੇਂ ਫਰੀਦ ਜੀ ਦਾ ਇੱਕ ਕੋਟ ਹੈ, ਸ਼ਲੋਕ ਹੈ, ਉਹਨੂੰ ਮੈਂ ਕੋਟ ਕਰ ਰਿਹਾ।
ਫਰੀਦਾ ਵਸੇ ਰੱਬ ਹਿਮਾਲਿਆ ਜੰਗਲ ਕਿਆ ਢੂੰਡਿਆ। ਇਹਦੇ ਵਿੱਚ ਫਰੀਦ ਜੀ ਹਿਮਾਲਿਆ ਦਾ ਮਤਲਬ ਕੀ ਕਹਿ ਰਿਹਾ ਕਿ ਆਪਣੇ ਦਿਲ ਦੇ ਵਿੱਚ ਹੀ ਰੱਬ ਵਸ ਰਿਹਾ ਹੈ, ਉਸ ਨੂੰ ਜੰਗਲ ਦੇ ਵਿੱਚ ਲੱਭਣ ਦੀ ਲੋੜ ਨਹੀਂ ਹੈ। ਠੀਕ ਐਵੇਂ ਹੀ ਇਹ ਵਿਧੀ ਜੋ ਹੈ ਆਪਣੇ ਅੰਦਰ ਦੀ ਝਾਤ ਮਾਰਨ ਤੇ ਆਪਣੇ ਅੰਦਰ ਦੀਆਂ ਜੋ ਬੁਰਾਈਆਂ ਨੇ ਜਾਂ ਜੋ ਵੀ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖਣ ਵਾਲਾ ਹੈ, ਉਹਨਾਂ ਨੂੰ ਸੁਧਾਰਨ ਦਾ ਯਤਨ ਕਰਨ ਲਈ ਇਹ ਅੰਤਰਦਰਸ਼ਨ ਵਿਧੀ ਬਣਾਈ ਗਈ ਹੈ। ਠੀਕ ਹੈ, ਇਹ ਮੈਂ ਐਗਜ਼ਾਮਪਲਾਂ ਇਸ ਲਈ ਕੋਟ ਕਰ ਰਿਹਾ ਕਿਉਂਕਿ ਮਨੋਵਿਗਿਆਨ ਦੇ ਬਾਰੇ ਐਨਟੀਟੀ ਵਾਲਿਆਂ ਨੂੰ ਬਹੁਤ ਘੱਟ ਪਤਾ ਹੁੰਦਾ। ਜੋ ਬੀਐਡ ਔਰ ਏਟੀਟੀ ਲੈਵਲ ਆ ਉਹ ਕਾਫੀ ਸਾਰੇ ਇਹਦੇ ਤੇ ਪੜ੍ਹਦੇ ਆ, ਉਹ ਵੈਸੇ ਤਾਂ ਪੀਟੈਟ ਵੀ ਉਹਨਾਂ ਨੇ ਦਿੱਤਾ ਹੁੰਦਾ, ਇਸ ਲਈ ਉਹਨਾਂ ਨੂੰ ਸਾਈਕੋਲੋਜੀ ਥੋੜੀ ਜਿਹੀ ਪੜ੍ਹਨੀ ਪੈਂਦੀ ਹੈ। ਐਨਟੀਟੀ ਦੇ ਵਿੱਚ ਪਹਿਲੀ ਵਾਰੀ ਐਗਜ਼ਾਮ ਹੋ ਰਿਹਾ, ਕਿਸੇ ਨੂੰ ਇੰਨਾ ਸਾਈਕੋਲੋਜੀ ਬਾਰੇ ਪਤਾ ਨਹੀਂ ਹੋਏਗਾ। ਅਗਰ ਮੈਂ ਆਪਣੇ ਸਮਾਜ ਦੇ ਨਾਲ ਚੀਜ਼ਾਂ ਨਾਲ ਇਹਨਾਂ ਨੂੰ ਰਿਲੇਟ ਨਹੀਂ ਕਰਾਂਗਾ ਤਾਂ ਤੁਹਾਨੂੰ ਇੰਨੀ ਜਲਦੀ ਸਮਝ ਨਹੀਂ ਆਏਗਾ, ਕਿਉਂਕਿ ਸਿਰਫ 20 ਦਿਨ ਜਾਂ ਉਸ ਤੋਂ ਵੀ ਘੱਟ ਦਿਨ ਨਾ ਤੁਹਾਡੇ ਐਗਜ਼ਾਮ ਦੇ ਵਿੱਚ। ਠੀਕ ਹੈ, ਫਿਰ ਦੂਸਰੀ ਵਿਧੀ ਹੈ ਬਾਹਰੀ ਦਰਸ਼ਨ ਵਿਧੀ, ਜਿਹਨੂੰ ਕਹਿੰਦੇ ਆ ਐਕਸਟਰੋਸਪੈਕਸ਼ਨ ਮੈਥਡ। ਐਕਸਟਰੋਸਪੈਕਸ਼ਨ ਮੈਥਡ ਇਹ ਵਿਧੀ ਜੋ ਹੈ ਜੇਬੀ ਵੋਟਸਨ ਨੇ ਦਿੱਤੀ ਸੀ। ਜੇਬੀ ਵੋਟਸਨ ਜਿਨ੍ਹਾਂ ਨੇ ਵਿਵਹਾਰਵਾਦ ਦੇ ਉੱਪਰ ਵੀ ਜੋ ਹੈ ਮਨੋਵਿਗਿਆਨ ਨੂੰ ਕਿਹਾ ਕਿ ਵਿਵਹਾਰਵਾਦ ਦਾ ਵਿਸ਼ਾ ਹੈ, ਆਪਣੇ ਬਿਹੇਵੀਅਰ ਦਾ ਵਿਸ਼ਾ ਹੈ। ਇਹ ਧਾਰਨਾ ਉਦੋਂ ਤੋਂ ਲੈ ਕੇ ਅੱਜ ਤੱਕ ਚੱਲੀ ਆ ਰਹੀ ਹੈ, ਹਜੇ ਬਦਲੀ ਨਹੀਂ ਹੈ। ਠੀਕ ਹੈ, ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਕੋਈ ਵੀ ਕੋ ਕਰਿਕੂਲਰ ਐਕਟੀਵਿਟੀ ਜਾਂ ਕੋਈ ਸਟੋਰੀ ਬੋਲਣ ਨੂੰ ਸੁਣਾਉਣ ਨੂੰ ਕਹਿ ਦਿੱਤਾ ਜਾਂਦਾ ਹੈ ਤਾਂ ਆਪਾਂ ਬੱਚੇ ਦਾ ਅਵਲੋਕਨ ਕਰਦੇ ਹਾਂ ਕਿ ਬੱਚਾ ਸਟੋਰੀ ਦੇ ਵਿੱਚ ਆਪਣੇ ਹਾਵ ਭਾਵ ਪ੍ਰਗਟਾ ਰਿਹਾ ਉਵੇਂ ਹੀ, ਜਾਂ ਜਿਵੇਂ ਕਵਿਤਾ ਬੋਲਣ ਨੂੰ ਕਹਿ ਦਈਏ ਤਾਂ ਉਹਦੇ ਫੇਸ ਐਕਸਪ੍ਰੈਸ਼ਨ ਤੋਂ ਪਤਾ ਲੱਗ ਰਿਹਾ ਕਿ ਉਹ ਕਵਿਤਾ ਨਾਲ ਰਿਲੇਟ ਹੋ ਰਿਹਾ, ਉਹਦੇ ਫੇਸ ਐਕਸਪ੍ਰੈਸ਼ਨ ਉਹਦੇ ਰਿਲੇਟ ਹੋ ਰਿਹਾ ਜਾਂ ਨਹੀਂ। ਮਤਲਬ ਕਿ ਆਪਾਂ ਬਾਹਰੋਂ ਉਹਦੇ ਵੱਲੋਂ ਵੇਖਣਾ ਹੈ। ਇਹ ਜੋ ਵਿਧੀ ਹੈ ਅੰਤਰਦਰਸ਼ਨ ਵਿਧੀ ਇੰਟਰੋਸਪੈਕਟਿਵ ਮੈਥਡ ਤੋਂ ਇੱਕਦਮ ਉਲਟ ਹੈ। ਠੀਕ ਹੈ, ਇਹਦੇ ਪ੍ਰਤੀਪਾਦਕ ਕੌਣ ਸੀ? ਜੇਬੀ ਵੋਟਸਨ। ਇਹ ਕੁਐਸਚਨ ਆਉਂਦਾ ਹੈ ਕਿ ਬਾਹਰੀ ਦਰਸ਼ਨ ਵਿਧੀ ਦੇ ਪ੍ਰਤੀਪਾਦਕ ਕੌਣ ਸੀ? ਉਹ ਜੇਬੀ ਵੋਟਸਨ ਸੀ। ਠੀਕ ਹੈ, ਤੀਸਰੀ ਵਿਧੀ ਹੈ ਕੇਸ ਹਿਸਟਰੀ ਮੈਥਡ। ਇਹਦੇ ਪ੍ਰਤੀਪਾਦਕ ਸੀ ਟਾਈਡਮੈਨ। ਕੇਸ ਹਿਸਟਰੀ ਮੈਥਡ ਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਮਨੁੱਖੀ ਜੀਵਨ ਦੇ ਪੂਰੇ ਚਰਿੱਤਰ ਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਖੰਗਾਲਿਆ ਜਾਂਦਾ ਹੈ ਕਿ ਮਨੁੱਖ ਨੇ ਕੀ ਕੀ ਅਚੀਵ ਕੀਤਾ। ਜਿਵੇਂ ਆਪਾਂ ਇੰਟਰਵਿਊ ਦੇਣ ਜਾਂਦੇ ਹਾਂ ਜੋਬ ਦੇ ਵਿੱਚ ਤਾਂ ਆਪਣੇ ਜੋ ਵੀ ਅਚੀਵਮੈਂਟ ਕੀਤੀਆਂ ਹੁੰਦੀਆਂ ਉਹ ਇੰਟਰਵਿਊ ਦੇ ਵਿੱਚ ਪੁੱਛਦੇ ਆ ਆਪਾਂ ਨੂੰ ਕਿ ਤੁਸੀਂ ਕੀ ਕੀ ਅਚੀਵ ਕੀਤਾ ਹੈ, ਤੁਹਾਡੀਆਂ ਕੀ ਕੀ ਕਮੀਆਂ। ਉਹ ਸਾਰਾ ਜੋ ਹੈ ਕੇਸ ਹਿਸਟਰੀ, ਇਹ ਆਪਣੇ ਸਟੱਡੀ ਨਾਲ ਇੰਨਾ ਰਿਲੇਟ ਨਹੀਂ ਕਰਦੀ, ਇਹ ਜ਼ਿਆਦਾ ਮੈਡੀਕਲ ਲਾਈਨ ਦੇ ਵਿੱਚ ਯੂਜ਼ ਹੁੰਦੀ ਹੈ। ਲੇਕਿਨ ਆਪਾਂ ਨੂੰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿਉਂਕਿ ਨਿਊਟ੍ਰੀਸ਼ਨ ਟੌਪਿਕ ਹੈ, ਵੈਕਸੀਨੇਸ਼ਨ ਟੌਪਿਕ ਹੈ ਐਨਟੀਟੀ ਦੇ ਵਿੱਚ। ਸੋ ਕੇਸ ਹਿਸਟਰੀ ਮੈਥਡ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ ਪ੍ਰਤੀਪਾਦਕ ਜੋ ਸੀ ਟਾਈਡਮੈਨ ਸੀ। ਠੀਕ ਹੈ, ਚੌਥੀ ਵਿਧੀ ਸਭ ਤੋਂ ਇੰਪੋਰਟੈਂਟ ਵਿਧੀ ਹੈ ਮਨੋਵਿਸ਼ਲੇਸ਼ਣਾਤਮਕ ਵਿਧੀ, ਸਾਈਕੋ ਐਨਾਲਿਟਿਕ ਮੈਥਡ। ਇਹਦੇ ਜੋ ਪ੍ਰਤੀਪਾਦਕ ਸੀ ਸਿਗਮੰਡ ਫਰੋਇਡ ਸੀ। ਉਹ ਆਸਟ੍ਰੇਲੀਆ ਤੋਂ ਨਹੀਂ, ਆਸਟਰੀਆ ਤੋਂ। ਇਹਦੇ ਚ ਕਨਫਿਊਜ਼ ਨਾ ਹੋਇਓ, ਸਿਗਮੰਡ ਫਰੋਇਡ ਆਸਟਰੀਆ ਤੋਂ ਰਹਿਣ ਵਾਲੇ ਸੀ, ਨਾ ਕਿ ਆਸਟ੍ਰੇਲੀਆ ਤੋਂ। ਇਹਦੇ ਉੱਪਰ ਕੁਐਸਚਨ ਆਉਂਦਾ ਹੈ ਕਿ ਸਿਗਮੰਡ ਫਰੋਇਡ ਕਿੱਥੋਂ ਦੇ ਰਹਿਣ ਵਾਲੇ ਸੀ? ਉਹ ਆਸਟਰੀਆ ਤੋਂ ਰਹਿਣ ਵਾਲੇ ਸੀ। ਠੀਕ ਹੈ, ਇਹਨਾਂ ਨੇ ਕੀ ਕਿਹਾ ਕਿ ਮਨੋਵਿਸ਼ਲੇਸ਼ਣਾਤਮਕ ਵਿਧੀ ਦੇ ਵਿੱਚ ਕਿਹਾ ਕਿ ਵਿਅਕਤੀ ਦੇ ਜੋ ਅਚੇਤਨ ਮਨ ਹੈ, ਜੋ ਅਨਕੌਂਸ਼ੀਅਸ ਮਾਈਂਡ ਹੈ, ਉਹਦੇ ਬਾਰੇ ਅਧਿਐਨ ਕਰਨਾ ਹੈ ਆਪਾਂ। ਹੁਣ ਜੋ ਹੈ ਇਹ ਮੈਥਡ ਜੋ ਹੈ ਇੰਨਾ ਈਜ਼ੀ ਵੇ ਨਾਲ ਸਮਝਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਮਾਈਂਡ ਨੂੰ 3 ਟਾਈਪਸ ਦੇ ਵਿੱਚ ਵੰਡਿਆ ਗਿਆ। ਪਹਿਲੀ ਟਾਈਪ ਹੈ ਕੌਨਸ਼ੀਅਸ ਮਾਈਂਡ, ਜਿਹਨੂੰ ਚੇਤਨ ਮਾਈਂਡ ਕਹਿੰਦੇ ਆ। ਠੀਕ ਹੈ, ਦੂਸਰੀ ਹੈ ਸਬਕੌਨਸ਼ੀਅਸ ਮਾਈਂਡ। ਠੀਕ ਹੈ, ਤੀਸਰੀ ਹੈ ਅਨਕੌਂਸ਼ੀਅਸ, ਜਿਹਨੂੰ ਅਚੇਤਨ ਕਹਿੰਦੇ ਆ। ਲੇਕਿਨ ਇਹਦੇ ਵਿੱਚ ਜੋ ਹੈ ਕੌਨਸ਼ੀਅਸ ਮਾਈਂਡ ਔਰ ਸਬਕੌਨਸ਼ੀਅਸ ਮਾਈਂਡ ਹੈ ਉਹ ਸਿਰਫ 10% ਪਾਰਟ ਹੈ ਔਰ 90% ਜੋ ਹੈ 90% ਹੈ ਉਹ ਅਚੇਤਨ ਮਨ ਹੈ। ਅਚੇਤਨ ਮਨ ਦੇ ਬਾਰੇ ਜਾਣਨਾ ਜੋ ਹੈ ਬਹੁਤ ਮੁਸ਼ਕਿਲ ਹੈ। ਠੀਕ ਹੈ, ਲੇਕਿਨ ਫਿਰ ਵੀ ਸਿਗਮੰਡ ਫਰਾਇਡ ਨੇ ਜੋ ਹੈ ਅਚੇਤਨ ਮਨ ਦੇ ਉੱਪਰ ਆਪਣਾ ਜੋ ਹੈ ਥਿਊਰੀ ਦਿੱਤੀ ਹੈ। ਲਾਸਟ ਮੈਥਡ ਜੋ ਹੈ ਪ੍ਰਸ਼ਨਾਵਲੀ ਵਿਧੀ। ਠੀਕ ਹੈ, ਇਹਦੇ ਪ੍ਰਤੀਪਾਦਕ ਸੀ ਵੁਡਵਰਥ। ਵੁਡਵਰਥ ਨੇ ਕੀ ਕਿਹਾ ਕਿ ਅਗਰ ਕਿਸੇ ਬੱਚੇ ਨੂੰ ਕੋਈ ਵੀ ਸਮੱਸਿਆ ਆ ਰਹੀ ਹੈ ਤਾਂ ਬੱਚਾ ਉਹਦਾ ਕੁਐਸਚਨ ਤੁਹਾਡੇ ਤੋਂ ਪੁੱਛਦਾ ਹੈ ਤਾਂ ਤੁਸੀਂ ਉਹਦਾ ਉੱਤਰ ਦਿਓਗੇ ਕਿ ਬੱਚੇ ਨੂੰ ਇਸ ਤਰ੍ਹਾਂ ਆਪਣੀ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ। ਮਤਲਬ ਤੁਸੀਂ ਉਸ ਨੂੰ ਟੀਚ ਕਰੋਗੇ
ਜਾਂ ਇਸ ਨੂੰ ਆਪਾਂ ਲੈ ਲਈਏ ਕਿ ਬੱਚੇ ਦਾ ਜੋ ਵੀ ਹਿਸਾਬ ਦੇ ਵਿੱਚ ਉਹਨੇ ਮਿਹਨਤ ਕੀਤੀ ਹੁੰਦੀ ਹੈ, ਤਾਂ ਆਪਾਂ ਉਹਨੂੰ ਜਾਂ ਤਾਂ ਆਬਜੈਕਟਿਵ ਟਾਈਪ ਕੁਐਸਚਨ ਦੇ ਕੇ ਉਹਨੂੰ ਪੁੱਛਦੇ ਹਾਂ, ਜਿਵੇਂ ਤੁਹਾਡੇ ਤੋਂ ਪੁੱਛਿਆ ਜਾਏਗਾ ਤੁਹਾਨੂੰ ਟੀਚਿੰਗ ਫੀਲਡ ਵਿੱਚ ਜਾਣ ਵੇਲੇ ਪ੍ਰੀ ਪ੍ਰਾਇਮਰੀ ਟੈਸਟ ਹੋਇਆ, ਉਹ ਇੱਕ ਬਿਲਕੁਲ ਕੁਐਸਚਨ ਮੈਥਡ ਵਿਧੀ ਹੈ। ਠੀਕ ਹੈ, ਇਹ ਪੰਜ ਵਿਧੀਆਂ, ਚਾਰ ਜਾਂ ਪੰਜ ਵਿਧੀਆਂ ਸੀ। ਇਹਨਾਂ ਉੱਪਰ ਕਿਸੇ ਨੂੰ ਡਾਊਟ ਹੈ ਤਾਂ ਪੁੱਛ ਸਕਦਾ। ਮੈਂ ਇੱਕ ਵਾਰੀ ਅਨਮਿਊਟ ਕਰਨ ਲੱਗਿਆ, 1 ਬਾਈ 1 ਪੁੱਛ ਲਿਓ। ਹਾਂਜੀ, ਹੈ ਕਿਸੇ ਨੂੰ ਡਾਊਟ? ਅੰਜਲੀ ਹੈਂਡ ਰੇਜ਼ ਕੀਤਾ ਸੀ, ਹੈਂਡ ਡਾਊਨ ਕਰਤਾ। ਫਿਰ ਹੋਰ ਕਿਸੇ ਨੂੰ ਕੋਈ ਡਾਊਟ? ਰਜਨੀ ਬਾਜਵਾ, ਹਾਂਜੀ ਅਨਮਿਊਟ ਕਰੋ ਨਾ, ਆਵਾਜ਼ ਤਾਂ ਹੀ ਆਏਗੀ। ਇਹ ਵੀ ਨਹੀਂ ਸਮਝ ਆਈ ਜਿਹੜੀ ਮਨੋ ਵਿਸ਼ਲੇਸ਼ਣਾਤਮਕ ਵਿਧੀ ਹੈ, ਇਹਨੂੰ ਇੰਗਲਿਸ਼ ਕੀ ਬੋਲਿਆ ਸੀਗਾ? ਸਾਈਕੋ ਐਨਾਲਿਟਿਕ ਮੈਥਡ। ਮੈਥਡ ਮਨੋਵਿਗਿਆਨ ਦਾ ਮਤਲਬ, ਮਨੋਵਿਗਿਆਨ ਨੂੰ ਅਗਰ ਤੋੜ ਕੇ ਵੇਖੋਗੇ ਤਾਂ ਮਨੋ ਦਾ ਮਤਲਬ ਸਾਈਕੋ ਆ ਜਾਂਦਾ, ਉਵੇਂ ਵਿਸ਼ਲੇਸ਼ਣ ਦਾ ਮਤਲਬ ਐਨਾਲਿਟਿਕ ਕਰਨਾ, ਐਨਾਲਿਸਿਸ ਕਰਨਾ, ਔਰ ਵਿਧੀ ਦਾ ਮਤਲਬ ਮੈਥਡ। ਠੀਕ ਹੈ, ਹਾਂਜੀ। ਇੱਕ ਮਿੰਟ ਹੈਂਡ ਰੇਜ਼ ਕੀਤਾ, ਇੱਕ ਮਿੰਟ ਹੈਂਡ ਰੇਜ਼ ਕੀਤਾ ਹੋਇਆ ਤੁਹਾਡੇ ਤੋਂ ਪਹਿਲਾਂ ਗੁਰਪ੍ਰੀਤ ਕੌਰ ਨੇ, ਉਹ ਬੋਲਿਆ। ਕੰਟਰੀ ਕੌਣ ਸੀ? ਅਮਰੀਕਾ। ਅਮਰੀਕਾ। ਔਰ ਐਲਬਰਟ ਵੰਡੂਰਾ ਦਾ ਇੱਕ ਵਾਰ ਰਿਪੀਟ ਕਰਦੇ। ਵੰਡੂਰਾ ਕੈਨੇਡਾ ਤੋਂ ਸੀ। ਕੈਨੇਡਾ ਤੋਂ। ਓਕੇ, ਥੈਂਕ ਯੂ ਸਰ। ਓਕੇ, ਹੋਰ ਕਿਸੇ ਦਾ ਕੋਈ ਡਾਊਟ? ਹਾਂਜੀ, ਕੌਣ ਬੋਲ ਰਿਹਾ? ਗੁਰਪ੍ਰੀਤ ਕੌਰ ਹੀ ਰਿਪੀਟ ਕਰ ਰਹੇ। ਹੈਂਡ ਡਾਊਨ ਕਰ ਲਿਆ ਕਰੋ ਜਿਨ੍ਹਾਂ ਦਾ ਕੁਐਸਚਨ ਹੋ ਜਾਂਦਾ, ਫਿਰ ਵਾਰੀ ਵਾਰੀ ਨਾਮ ਰਿਪੀਟ ਹੁੰਦਾ। ਰਜਨੀ ਬਾਜਵਾ। ਮਤਲਬ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਕੌਨਸ਼ੀਅਸ ਔਰ ਸਬਕੌਨਸ਼ੀਅਸ ਵਿੱਚ ਡਿਫਰੈਂਸ ਕੀ ਹੈ? ਅਨਕੌਨਸ਼ੀਅਸ ਸਮਝ ਆ ਗਈ। ਤੁਸੀਂ ਕੱਲ ਲਗਾਈ ਨਹੀਂ ਕਲਾਸ? ਕੱਲ ਵੀ ਲਗਾਈ ਸੀ, ਇਹੀ ਪੁੱਛਿਆ ਸੀ ਨਾ ਕੱਲ। ਹਾਂ, ਇਹ ਜਦੋਂ ਆਪਾਂ ਅੱਗੇ ਪੜਾਂਗੇ ਨਾ, ਥਿਊਰੀਜ਼ ਨੂੰ ਪੂਰੀ ਰੀਡ ਕਰਾਂਗੇ, ਉਦੋਂ ਸਮਝਾਵਾਂਗੇ। ਲੇਕਿਨ ਮੈਂ ਫਿਰ ਵੀ ਤੁਹਾਨੂੰ ਦੱਸ ਦੇਣਾ ਛੋਟੀ ਜਿਹੀ ਐਗਜ਼ਾਮਪਲ ਨਾਲ। ਜੇਕਰ ਆਪਾਂ ਗਲਾਸ ਦੇ ਵਿੱਚ ਇੱਕ ਬਰਫ਼ ਪਾ ਕੇ ਰੱਖੀਏ, ਬਰਫ਼ ਦਾ ਜੋ ਭਾਗ ਜੋ ਪਾਣੀ ਦੇ ਅੰਦਰ ਹੋਏਗਾ ਉਹ 90% ਜੋ ਹੈ ਪਾਣੀ ਦੇ ਅੰਦਰ ਰਹੇਗਾ। ਠੀਕ ਹੈ, ਸਿਰਫ 10% ਜੋ ਹੈ ਉੱਪਰ ਤੈਰਦਾ ਹੋਇਆ ਨਜ਼ਰ ਆਏਗਾ। ਉਹ 10% ਜੋ ਹੁੰਦਾ ਕੌਨਸ਼ੀਅਸ ਮਾਈਂਡ ਨਾਲ ਆਪਾਂ ਰਿਲੇਟ ਕਰ ਸਕਦੇ ਹਾਂ, ਔਰ 90% ਜੋ ਆਪਾਂ ਨੂੰ ਸ਼ੋ ਨਹੀਂ ਹੋ ਰਿਹਾ ਉਹ ਅਨਕੌਨਸ਼ੀਅਸ ਮਾਈਂਡ ਹੋ ਜਾਂਦਾ। ਸਬਕੌਨਸ਼ੀਅਸ ਇਹਦਾ ਅਰਧ ਚੇਤਨ ਮਨ ਹੈ। ਜਿਵੇਂ ਆਪਾਂ ਕੋਈ ਮੂਵੀ ਦੇਖ ਲਈ ਆ, ਕੁਝ 4-5 ਦਿਨਾਂ ਬਾਅਦ ਆਪਾਂ ਨੂੰ ਮੂਵੀਜ਼ ਦੇ ਕੁਝ ਪਾਰਟ ਆਪਾਂ ਨੂੰ ਯਾਦ ਰਹਿੰਦੇ ਆ, ਉਹ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚਲੇ ਜਾਂਦੇ ਆ। ਲੱਗਦੇ ਆਪਾਂ ਨਹੀਂ ਵੀ ਸੋਚ ਰਹੇ, ਉਹ ਆਟੋਮੈਟਿਕ ਦਿਮਾਗ ਘੁੰਮਦੀ ਰਹਿੰਦੀ ਹੈ। ਹਾਂ, ਕਈ ਵਾਰੀ ਆਪਾਂ ਰਿਲੇਟ ਕਰ ਲੈਂਦੇ ਆ ਨਾ ਕਿਸੇ ਚੀਜ਼ ਨੂੰ, ਉਹ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹੁੰਦਾ। ਠੀਕ ਹੈ ਸਰ। ਮਤਲਬ ਉਹ ਅਨਕੌਨਸ਼ੀਅਸ ਔਰ ਕੌਨਸ਼ੀਅਸ ਦੇ ਸੈਂਟਰ ਦਾ ਜਿਹੜਾ ਪਾਰਟ ਹੁੰਦਾ ਜੋ ਅਸੀਂ ਜ਼ਿਆਦਾ ਸੋਚਦੇ ਵੀ ਨਹੀਂ, ਭੁੱਲਦੇ ਵੀ ਨਹੀਂ। ਹਾਂ, ਇਦਾਂ ਕਹਿ ਸਕਦੇ ਹਾਂ। ਬਾਕੀ ਕਲੈਰੀਫਾਈ ਆਪਾਂ ਉਦੋਂ ਕਰਾਂਗੇ ਜਦੋਂ ਆਪਾਂ ਇਹਦੀ ਸਿਗਮੰਡ ਫਰੋਇਡ ਦੀ ਥਿਊਰੀ ਨੂੰ ਰੀਡ ਕਰਾਂਗੇ। ਠੀਕ ਹੈ ਸਰ। ਹਾਂਜੀ, ਸਾਤਵਿਕ। ਹਾਂਜੀ, ਤੁਸੀਂ ਲਿਖਾਏ ਬੱਚਾ ਕੈਨੇਡਾ ਤੋਂ, ਗੁੱਡਵਰਕ ਅਮਰੀਕਾ ਤੋਂ, ਅਲਬਰਟ ਦੋ ਤਿੰਨ ਵੀਡੀਓ ਰਿਕਾਰਡ ਹੋ ਰਹੀ ਆ। ਇਹਨਾਂ ਦੇ ਨਾਮ ਅਗਰ ਤੁਸੀਂ ਹਜੇ ਨਹੀਂ ਲਿਖਿਆ ਤਾਂ YouTube ਤੇ ਪਾਈ ਜਾਏਗੀ ਵੀਡੀਓ, ਤੁਸੀਂ ਉੱਥੋਂ ਦੇਖ ਸਕਦੇ ਹੋ। ਨਿਸ਼ਾ। ਹਾਂ ਹਾਂ, ਇੱਕ ਵਾਰੀ YouTube ਤੋਂ ਦੇਖ ਲਿਓ, ਕਿਉਂਕਿ ਇਹ 40 ਮਿੰਟ ਤੋਂ ਜ਼ਿਆਦਾ ਕਲਾਸ ਲੱਗੇਗੀ ਨਹੀਂ ਅਗਰ ਇਹਨੂੰ ਦੁਬਾਰਾ ਰਿਪੀਟ ਕਰਾਂਗੇ ਤਾਂ। ਹਾਂ ਹਾਂ, ਓਕੇ ਓਕੇ। ਰਜਨੀ ਪਲੀਜ਼ ਆਪਣਾ ਮਾਈਕ ਮਿਊਟ ਕਰ ਲਓ। ਰਜਨੀ ਬਾਜਵਾ, ਮਾਈਕ ਮਿਊਟ ਕਰ ਲਓ ਆਪਣਾ। ਹਾਂਜੀ, ਅਰਸ਼ਦੀਪ ਕੌਰ ਨੇ ਕੋਈ ਮੈਸੇਜ ਕੀਤਾ ਹੈ।
एक मिनट वेट करो, मैं मैसेज चेक कर लूं। नो वॉइस ਲੈਫਟ ਕਰ ਗਈ। ਭਾਵੇਸ਼ ਗੋਇਲ ਸਰ, ਤੁਸੀਂ ਇਹੀ ਟੀਚ ਕਰਦੇ ਹੋ? ਕੁਝ ਸ਼ੋ ਨਹੀਂ ਕਰਦੇ ਜੀ। ਭਾਵੇਸ਼, ਜੋ ਫਰਸਟ ਲੈਕਚਰ ਸਵੇਰ ਹੋਇਆ ਸੀ ਉਹਦੇ ਵਿੱਚ ਮੈਂ ਪੀਪੀਟੀ ਬਣਾਈ ਸੀ। ਇਹ ਲੈਕਚਰ ਕਿਉਂਕਿ ਕੱਲ ਵਾਲਾ ਹੀ ਰਿਪੀਟ ਹੋ ਰਿਹਾ ਹੈ, ਇਸ ਲਈ ਇਹਦਾ ਕੋਈ ਸ਼ੋ ਨਹੀਂ ਹੋ ਰਿਹਾ। ਸੋ ਪਾਵਲੋਵ ਰਸ਼ੀਆ ਤੋਂ ਸੀ, ਅਰਸ਼ਦੀਪ ਕੌਰ ਕਹਿ ਰਹੇ ਹਾਂ। ਪਾਵਲੋਵ ਰੂਸ ਤੋਂ, ਹਾਂਜੀ ਰਸ਼ੀਆ ਤੋਂ ਸੀ। ਕੋਈ ਪੁੱਛ ਰਿਹਾ ਸੀ, ਉਹਦਾ ਆਨਸਰ ਦਿੱਤਾ ਸੀ। ਓਕੇ, ਹੋਰ ਕਿਸੇ ਦਾ ਕੋਈ ਡਾਊਟ ਹੈ? ਚਲਿਏ ਅੱਗੋਂ ਸਟਾਰਟ ਕਰਦੇ ਹਾਂ। ਇੱਕ ਲਾਸਟ ਟੌਪਿਕ ਹੈ, ਲੇਕਿਨ ਇੱਕ ਉਸ ਤੋਂ ਪਹਿਲਾਂ ਤੁਹਾਡੇ ਲਈ ਕੁਐਸਚਨ ਹੈ, ਟੀਚਰ ਔਰ ਲੈਕਚਰਰ ਵਿੱਚ ਕੀ ਫਰਕ ਹੈ? ਜਿਵੇਂ ਆਪਾਂ ਦੇਖਦੇ ਹਾਂ ਕਿ ਪ੍ਰੀ ਪ੍ਰਾਇਮਰੀ ਟੀਚਰ, ਪ੍ਰਾਇਮਰੀ ਟੀਚਰ, ਉਸ ਤੋਂ ਬਾਅਦ ਲੈਕਚਰਰ ਆ ਜਾਂਦੇ ਆ। ਸਰ ਲੈਕਚਰ ਉਹ ਹੁੰਦਾ ਜਿੱਥੇ ਸਿਰਫ ਲੈਕਚਰ ਹੀ ਦਿੱਤਾ ਜਾਂਦਾ ਔਰ ਜਿਹੜੇ ਸਟੂਡੈਂਟਸ ਨੇ ਉਹ ਸਿਰਫ ਸੁਣਦੇ ਆ। ਹਾਂਜੀ, ਟੀਚਰ ਜਦੋਂ ਆਪਣਾ ਲੈਕਚਰ 20 ਮਿੰਟਸ ਦਾ ਹੁੰਦਾ ਹੈ ਉਹ ਫਿਨਿਸ਼ ਕਰਦਾ, ਉਸ ਤੋਂ ਬਾਅਦ ਵਿੱਚ ਅਗਰ ਉਸਨੇ ਡਾਊਟਸ ਲੈਣੇ ਆ ਕਰਦਾ। ਜਿਹੜਾ ਟੀਚਰ ਟੀਚਿੰਗ ਆ ਉਹ ਬੱਚਿਆਂ ਦੇ ਨਾਲ ਇੱਕ ਸਮਾਂ ਹੀ ਟੀਚਰ ਨਾਲ, ਮਤਲਬ ਉਹਨਾਂ ਦੇ ਡਾਊਟਸ ਵੀ ਪੁੱਛੇ ਜਾਂਦੇ ਆ, ਨਾਲੇ ਉਹਨਾਂ ਨੂੰ ਦੱਸਿਆ ਵੀ ਜਾਂਦਾ। ਟੀਚਰ ਉਹ ਕੋਰਿਲੇਟ ਕਰਕੇ ਉਹਨਾਂ ਦੇ ਲੈਵਲ ਦੇ ਹਿਸਾਬ ਦੇ ਨਾਲ ਹਰ ਚੀਜ਼ ਸਮਝਾਉਂਦਾ। ਓਕੇ, ਲੈਕਚਰ ਜਿਹੜਾ ਅਪਰ ਪੋਸਟ ਦੇ ਉੱਪਰ ਹੋ ਜਾਂਦਾ ਸਰ, ਮੈਂ ਕਲਾਸ 1 ਕਲਾਸ 2 ਦੇ ਬੱਚੇ ਜਾਂ ਕਾਲਜ ਲੈਵਲ ਤੇ ਉਸ ਤੱਕ ਬੱਚੇ ਮੈਚੁਰ ਹੋ ਚੁੱਕੇ ਹੁੰਦੇ, ਉਹਨਾਂ ਨੂੰ ਇੰਨੀ ਡੀਪ ਐਕਸਪਲੇਨੇਸ਼ਨ ਦੀ ਲੋੜ ਨਹੀਂ ਹੁੰਦੀ, ਸਿਰਫ ਲੈਕਚਰ ਦੇ ਕੇ ਟੀਚਰ ਆਪਣਾ ਮਤਲਬ ਪੂਰਾ ਕੰਮ ਖਤਮ ਹੋ ਜਾਂਦਾ। ਓਕੇ, ਓਕੇ। ਹੋਰ ਕੋਈ ਇਹਦੇ ਵਿੱਚ ਐਡ ਕਰਨਾ ਚਾਹੁੰਦਾ? ਉਹਦੇ ਵਿੱਚ ਐਕਸਪਲੇਨੇਸ਼ਨ ਮੈਥਡ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਟੀਚਿੰਗ ਦੇ ਵਿੱਚ ਜੇ ਸਕੂਲ ਦੇ ਪ੍ਰੀ ਪ੍ਰਾਇਮਰੀ ਦੇ ਉੱਤੇ ਬਹੁਤ ਸਾਰੇ ਲੈਕਚਰ, ਜਿੱਦਾਂ ਖੇਲ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ, ਪ੍ਰੀ ਪ੍ਰਾਇਮਰੀ ਹੋ ਗਿਆ ਜਾਂ ਪ੍ਰਾਇਮਰੀ ਲੈਵਲ ਦੇ ਉੱਤੇ, ਮਤਲਬ ਜਿਹਨੂੰ ਕਹਿ ਲਈਏ ਕੋ ਕਰਿਕੂਲਰ ਐਕਟੀਵਿਟੀਜ਼। ਹਾਂਜੀ ਓਕੇ, ਲੈਕਚਰਰ ਇਟਸ ਏ ਕਲਾਸ ਲੈਵਲ ਇਨ ਯੂਨੀਵਰਸਿਟੀਜ਼ ਔਰ ਕਾਲਜ। ਦੇਖੋ ਮੈਂ ਬਾਕੀ ਤਾਂ ਵੈਸੇ ਨਿਸ਼ਾ ਨੇ ਔਰ ਇੱਕ ਹੋਰ ਪਤਾ ਨਹੀਂ ਕਿੰਨਾ ਦਾ ਮੈਸੇਜ ਸੀ ਬੋਲ ਰਹੇ ਸੀ, ਉਹਨਾਂ ਨੇ ਵੈਸੇ ਕਲੀਅਰ ਕਰਤਾ। ਮੈਂ ਥੋੜਾ ਜਿਹਾ ਐਡ ਕਰਦਾ ਇਹਦੇ ਵਿੱਚ। ਜੋ ਟੀਚਰ ਹੈ ਉਹ ਆਪਾਂ ਨੂੰ ਟੀਚ ਕਰੇਗਾ, ਆਪਾਂ ਨੂੰ ਦੱਸੇਗਾ ਕਿ ਆਹ ਕਰੋ ਜਾਂ ਨਾ ਕਰੋ, ਠੀਕ ਹੈ। ਆਪਾਂ ਨੂੰ ਹਰੇਕ ਜਗ੍ਹਾ ਤੇ ਗਾਈਡ ਕਰੇਗਾ। ਜੇਕਰ ਆਪਾਂ ਨੂੰ ਕੋਈ ਡਾਊਟ ਆਉਂਦਾ ਹੈ ਕਲਾਸ ਦੇ ਵਿੱਚ, ਨਾਲ ਦੀ ਨਾਲ ਆਪਣਾ ਸੋਲਵ ਹੋ ਜਾਂਦਾ ਹੈ। ਬੱਚਿਆਂ ਨੂੰ ਲੈ ਕੇ ਚੱਲੇਗਾ ਸ਼ੁਰੂ ਤੋਂ ਲੈ ਕੇ, ਜੋ ਬੱਚੇ ਮਤਲਬ ਇੰਟੈਲੀਜੈਂਟ ਆ ਜਾਂ ਜੋ ਬੱਚੇ ਬਿਲਕੁਲ ਬੈਕ ਬੈਂਚਰ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੇਗਾ। ਲੇਕਿਨ ਇਹ ਅਸਲੀਅਤ ਚ ਹੁੰਦਾ ਹੈ ਜਾਂ ਨਹੀਂ, ਇਹ ਅਲੱਗ ਗੱਲ ਹੈ, ਠੀਕ ਹੈ। ਟੀਚਰ ਜੋ ਹੈ ਰੋਲ ਮਾਡਲ ਹੁੰਦਾ ਹੈ, ਹਾਲਾਂਕਿ ਲੈਕਚਰਰ ਵੀ ਰੋਲ ਮਾਡਲ ਹੋ ਸਕਦਾ ਹੈ, ਲੇਕਿਨ ਬੱਚਿਆਂ ਦੇ ਲਈ ਜੋ ਟੀਚਰ ਆ ਉਹ ਰੋਲ ਮਾਡਲ ਦਾ ਰੋਲ ਪਲੇ ਕਰਦਾ ਹੈ, ਠੀਕ ਹੈ। ਜੋ ਟੀਚਰ ਹੈ ਉਹ ਟੀਚਿੰਗ ਸਕਿੱਲ ਸਾਰੀਆਂ, ਲਗਭਗ ਜਿੰਨੀਆਂ ਵੀ ਟੀਚਿੰਗ ਸਕਿੱਲਸ ਨੇ ਉਹਨਾਂ ਨੂੰ ਯੂਜ਼ ਕਰਦਾ ਹੈ। ਲੈਕਚਰਰ ਸਿਰਫ ਡਿਸਕਸ਼ਨ ਮੈਥਡ ਔਰ ਲੈਕਚਰ ਮੈਥਡ ਯੂਜ਼ ਕਰੇਗਾ, ਠੀਕ ਹੈ। ਟੀਚਰ ਜੋ ਹੈ ਬੱਚਿਆਂ ਨੂੰ ਕੋ ਕਰਿਕੂਲਰ ਐਕਟੀਵਿਟੀ, ਪਲੇਵੇ ਮੈਥਡ, ਸਟੋਰੀ ਟੈਲਿੰਗ ਮੈਥਡ, ਜਿੰਨੇ ਵੀ ਲਰਨਿੰਗ ਮੈਥਡ ਨੇ ਉਹ ਸਾਰੇ ਯੂਜ਼ ਕਰੇਗਾ। ਬੱਚਿਆਂ ਨੂੰ ਨਾਲ ਲੈ ਕੇ ਚੱਲੇਗਾ ਸਭ ਨੂੰ, ਠੀਕ ਹੈ। ਸੋ ਇਹ ਹੀ ਡਿਫਰੈਂਸ ਹੈ। ਬਾਕੀ ਤਾਂ ਨਿਸ਼ਾ ਨੇ ਔਰ ਇੱਕ ਹੋਰ ਕੈਂਡੀਡੇਟ ਸੀ, ਉਹਨਾਂ ਨੇ ਕਲੀਅਰ ਕਰਤਾ। ਬਾਕੀ ਸਭ ਨੂੰ ਸਮਝ ਆ ਗਿਆ ਹੋਏਗਾ। ਸੋ ਚਲਦੇ ਹਾਂ, 17 ਮਿੰਟ ਹੋਰ ਆ ਆਪਣੇ ਕੋਲ, ਫਿਰ ਹੋ ਸਕਦਾ ਕਲੋਜ਼ ਹੋ ਜੇ ਆਟੋਮੈਟਿਕ। ਇੱਕ ਵਾਰੀ ਮੈਂ ਮਿਊਟ ਕਰ ਰਿਹਾ ਸਭ ਦੇ ਮਾਈਕ। ਲਾਸਟ ਟੌਪਿਕ ਹੈ, ਉਸ ਤੋਂ ਬਾਅਦ ਅਗਰ ਫਿਰ ਵੀ ਕਿਸੇ ਦਾ ਡਾਊਟ ਹੈ ਤਾਂ ਪੁੱਛ ਲਿਓ। ਹਾਂ, ਆਪਾਂ ਗੱਲ ਕਰ ਚੁੱਕੇ ਹਾਂ ਕਿ ਮਨੋਵਿਗਿਆਨ ਦੇ ਸ਼ਬਦ ਜੋ ਬੇਸਿਕਲੀ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਆ। ਫਿਰ ਮਨੋਵਿਗਿਆਨਿਕ ਜਿਨ੍ਹਾਂ ਦੇ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਇਹ ਕਿਹੜੇ ਦੇਸ਼ ਤੋਂ ਆ। ਉਸ ਤੋਂ ਬਾਅਦ ਆਪਾਂ ਲਰਨਿੰਗ ਮੈਥਡ, ਅਧਿਐਨ ਵਿਧੀਆਂ ਬਾਰੇ ਡਿਸਕਸ ਕੀਤਾ। ਹੁਣ ਆਪਾਂ ਗੱਲ ਕਰਾਂਗੇ ਕਿ ਜੋ ਮਨੋਵਿਗਿਆਨਿਕ ਸਕੂਲਸ ਨੇ ਉਹਨਾਂ ਦਾ ਐਜੂਕੇਸ਼ਨ ਦੇ ਵਿੱਚ ਕੀ ਰੋਲ ਹੈ, ਕੀ ਇੰਪੋਰਟੈਂਸ ਹੈ, ਉਹਨਾਂ ਬਾਰੇ ਡਿਸਕਸ ਕਰਾਂਗੇ। ਇਹ ਮੇਨਲੀ ਆਪਣੇ ਐਨਟੀਟੀ ਦੇ ਲਈ 3-4 ਜੋ ਹੈ ਸਕੂਲਸ ਕਾਫੀ ਰੋਲ ਰੱਖਦੇ ਆ। ਬਾਕੀ ਹੈ ਤਾਂ ਇਹ ਜ਼ਿਆਦਾ 10-11 ਹੈ। ਆਪਾਂ ਮੇਨਲੀ 3 ਬਾਰੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਹੈ ਗੈਸਟਲਵਾਦੀ। ਇਹਨਾਂ ਉੱਪਰ ਬਹੁਤ ਕੁਐਸਚਨ ਆਏ ਆ ਕਿ ਗੈਸਟਲਵਾਦੀ ਸਿਧਾਂਤ ਕਿਹਨਾਂ ਨੇ ਦਿੱਤਾ ਸੀ।
ਇਹ ਤਿੰਨ ਬੰਦੇ ਸੀ। ਪਹਿਲਾ ਹੈ ਮੈਕਸ ਵਰਦੀਮਰ, ਦੂਸਰਾ ਹੈ ਕੋਲਹਰ, ਤੀਸਰਾ ਹੈ ਕੋਫਕਾ। ਕਿਉਂਕਿ ਕੋਫਕਾ ਕਿਸੇ ਨੂੰ ਯਾਦ ਨਹੀਂ ਰਹਿੰਦਾ, ਇਹਦੇ ਉੱਪਰ ਹੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕੋਫਕਾ ਜੋ ਸੀ ਉਹ ਕਿਸ ਸੰਪਰਦਾਇ ਨਾਲ, ਕਿਸ ਸਕੂਲ ਦੇ ਨਾਲ ਸੰਬੰਧਿਤ ਸੀ। ਕੋਫਕਾ ਜੋ ਸੀ ਗੈਸਟਲਵਾਦੀ ਸੀ। ਠੀਕ ਹੈ, ਗੈਸਟਲਵਾਦੀਆਂ ਦਾ ਕੀ ਸਿਧਾਂਤ ਸੀ ਕਿ ਤੁਸੀਂ ਕਿਸੇ ਚੀਜ਼ ਨੂੰ ਦੇਖੋ ਤਾਂ ਪੂਰੇ ਹੋਲ ਨੂੰ ਦੇਖੋ, ਹੋਲ ਨੂੰ ਲੈ ਕੇ ਚੱਲੋ, ਉਹਦੇ ਅੰਸ਼ ਨਾ ਦੇਖੋ। ਮਤਲਬ ਪਹਿਲਾਂ ਕਿਸੇ ਚੀਜ਼ ਨੂੰ ਪੂਰਾ ਲੈ ਲਓ, ਫਿਰ ਉਹਦੇ ਪਾਰਟ ਬਾਈ ਪਾਰਟ ਚੀਜ਼ਾਂ ਨੂੰ ਕਵਰ ਕਰੋ। ਇੱਕ ਸਿੰਪਲ ਐਗਜ਼ਾਮਪਲ ਦੇ ਨਾਲ ਮੈਂ ਕਲੀਅਰ ਕਰਦਾ। 10 ਮਿੰਟ ਦਾ ਰਿਮਾਈਂਡਰ ਆਇਆ ਕਿ 10 ਮਿੰਟ ਬਾਅਦ ਜ਼ੂਮ ਮੀਟਿੰਗ ਖਤਮ ਹੋ ਜਾਏਗੀ, ਸੋ ਮੈਂ ਥੋੜਾ ਜਿਹਾ ਫਾਸਟ ਬੋਲ ਰਿਹਾ। ਧਰਤੀ ਬਾਰੇ ਜਾਣਦੇ ਹਾਂ, ਜਿਵੇਂ ਆਪਾਂ ਧਰਤੀ ਬਾਰੇ ਆਪਾਂ ਨੂੰ ਨੌਲੇਜ ਲੈਣੀ ਚਾਹੁੰਦੇ ਹਾਂ, ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਦੇਖਦੇ ਹਾਂ ਕਿ ਧਰਤੀ ਦੀ ਉਤਪਤੀ ਕਦੋਂ ਹੋਈ। ਠੀਕ ਹੈ, ਉਸ ਤੋਂ ਬਾਅਦ ਇਹ ਕਦੋਂ ਬਣੀ, ਕਿਵੇਂ ਬਣੀ, ਇਸ ਦੀਆਂ ਕਿੰਨੀਆਂ ਪਰਤਾਂ ਨੇ। ਜਿਵੇਂ ਮੈਂਟਲ ਕੋਰ, ਪੇਪੜੀ, ਇਸ ਦੀਆਂ 3 ਪਰਤਾਂ ਨੇ। ਫਿਰ ਧਰਤੀ ਦੇ ਉੱਤੇ ਕੀ ਕੀ ਪਾਏ ਜਾਂਦੇ ਆ, ਜੰਗਲ, ਮੈਦਾਨ, ਰੇਗਿਸਤਾਨ, ਸਮੁੰਦਰ, ਝੀਲਾਂ, ਨਦੀਆਂ। ਠੀਕ ਹੈ, ਮਤਲਬ ਆਪਾਂ ਇੱਕ ਪਹਿਲਾਂ ਹੋਲ ਚੀਜ਼ ਲੈ ਲਈ, ਤਾਂ ਹੋਲ ਚੀਜ਼ ਕੀ ਹੈ, ਧਰਤੀ ਹੈ। ਫਿਰ ਉਹਦਾ ਆਪਾਂ ਪਾਰਟ ਬਾਈ ਪਾਰਟ ਅਲੱਗ-ਅਲੱਗ ਚੀਜ਼ਾਂ ਨੂੰ ਦੇਖਿਆ, ਜਿਵੇਂ ਉਤਪਤੀ ਕਦੋਂ ਹੋਈ, ਇਸ ਦੀਆਂ ਪਰਤਾਂ ਕਿੰਨੀਆਂ ਨੇ, ਕਿਸ ਪਦਾਰਥਾਂ ਤੋਂ ਬਣੀ ਹੈ, ਇਸ ਉੱਪਰ ਕੀ ਕੀ ਹੈ, ਜੀਵ ਜੰਤੂ, ਪੇੜ ਪੌਦੇ, ਉਹਨਾਂ ਬਾਰੇ ਆਪਾਂ ਦੇਖਿਆ। ਮਤਲਬ ਗੈਸਟਲਵਾਦੀ ਕੀ ਕਹਿੰਦੇ ਆ ਕਿ ਕਿਸੇ ਚੀਜ਼ ਨੂੰ ਪੂਰਾ ਲੈ ਕੇ ਚੱਲੋ, ਤਾਂ ਹੀ ਤੁਸੀਂ ਜੋ ਹੈ ਆਪਣੇ ਐਜੂਕੇਸ਼ਨ ਸਕਿੱਲਸ ਨੂੰ ਦਿਖਾ ਸਕਦੇ ਹੋ। ਇਹ ਉਹਨਾਂ ਦਾ ਸਿਧਾਂਤ ਹੈ। ਦੂਸਰਾ ਹੈ ਵਿਵਹਾਰਵਾਦੀ ਸੰਪਰਦਾਇ। ਕਿਉਂਕਿ ਮਨੋਵਿਗਿਆਨ ਜੋ ਹੈ ਬਿਹੇਵੀਅਰਲ ਜੋ ਉਹਦੀ ਧਾਰਨਾ ਹੈ, ਜੋ ਪਰਿਭਾਸ਼ਾ ਹੈ, ਉਹ ਹੁਣ ਵਿਵਹਾਰਵਾਦ ਦੇ ਉੱਪਰ ਡਿਪੈਂਡ ਕਰਦੀ ਹੈ। ਵਿਵਹਾਰਵਾਦੀ ਸੰਪਰਦਾਇ ਦੇ ਪ੍ਰਵਕਤਾ ਜੋ ਹੈਗੇ ਸੀ, ਪ੍ਰਤੀਪਾਦਕ ਸੀ, ਉਹ ਵੋਟਸਨ ਸੀ। ਵੋਟਸਨ ਅਮਰੀਕਾ ਤੋਂ ਸੀ, ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ। ਇਹਨਾਂ ਨੇ ਕੀ ਕਿਹਾ ਕਿ ਮਨੋਵਿਗਿਆਨ ਦਾ ਉਦੇਸ਼ ਹੈ ਮਾਨਵ ਵਿਵਹਾਰ ਦੀ ਵਿਆਖਿਆ ਕਰਨਾ। ਜੋ ਮਨੁੱਖ ਬਿਹੇਵ ਕਰਦਾ ਹੈ, ਉਹ ਕਿਉਂ ਐਵੇਂ ਕਰ ਰਿਹਾ ਹੈ, ਉਹਦੀ ਵਿਆਖਿਆ ਕਰਨਾ, ਉਹਨੂੰ ਡਿਫਾਈਨ ਕਰਨਾ, ਨਿਯੰਤਰਣ ਕਰਨਾ, ਉਹਦੇ ਉੱਪਰ ਕਿਵੇਂ ਨਿਯੰਤਰਣ ਕੀਤਾ ਜਾ ਸਕਦਾ ਹੈ, ਤੇ ਉਸ ਦੇ ਸੰਬੰਧੀ ਭਵਿੱਖਬਾਣੀ ਵੀ ਕਰਨਾ। ਮਤਲਬ ਵੋਟਸਨ ਨੂੰ ਆਪਣੀ ਥਿਊਰੀ ਤੇ ਇੰਨਾ ਉਹ ਹੈਗਾ ਸੀ, ਆਤਮ ਵਿਸ਼ਵਾਸ, ਕਿ ਉਹ ਕਹਿੰਦਾ ਸੀ ਕਿ ਤੁਸੀਂ ਮੈਨੂੰ ਕੋਈ ਇੱਕ ਬੱਚਾ ਦੇ ਦਿਓ, ਉਸ ਬੱਚੇ ਨੂੰ ਤੁਸੀਂ ਜੋ ਚਾਹੋਗੇ ਮੈਂ ਉਹੀ ਬਣਾ ਦਾਂਗਾ। ਅਗਰ ਤੁਸੀਂ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦੇ ਹੋ, ਜਾਂ ਸਾਇੰਟਿਸਟ ਬਣਾਉਣਾ ਚਾਹੁੰਦੇ ਹੋ, ਜਾਂ IAS IPS ਟੀਚਰ, ਕੁਝ ਵੀ ਬਣਾਉਣਾ ਚਾਹੁੰਦੇ ਹੋ, ਤੁਸੀਂ ਮੈਨੂੰ ਉਹਨੂੰ ਬੱਚੇ ਨੂੰ ਮੇਰੇ ਕੋਲ ਭੇਜ ਦਿਓ। ਮੈਂ ਉਹਨੂੰ ਉਹੋ ਜਿਹੀ ਸਿੱਖਿਆ, ਉਹੋ ਜਿਹਾ এনवायरमेंट, ਉਹੋ ਜਿਹੀਆਂ ਹੀ ਟ੍ਰੇਨਿੰਗਸ ਦਿਆਂਗਾ ਕਿ ਬੱਚਾ ਉਹ ਪਰਫੈਕਟ, ਆਪਣੇ ਕਿੱਤੇ ਦੇ ਵਿੱਚ ਪਰਫੈਕਟ ਹੋਏਗਾ। ਤੀਸਰਾ ਸੰਪਰਦਾਇ, ਸਭ ਤੋਂ ਮੋਸਟ ਇੰਪੋਰਟੈਂਟ ਸੰਪਰਦਾਇ ਹੈ ਮਨੋਵਿਸ਼ਲੇਸ਼ਣਵਾਦੀ ਸੰਪਰਦਾਇ। ਠੀਕ ਹੈ, ਜਿਵੇਂ ਆਪਾਂ ਪਿੱਛੇ ਵੀ ਗੱਲ ਕੀਤੀ ਹੈ, ਮਨੋਵਿਸ਼ਲੇਸ਼ਣਾਤਮਕ ਵਿਧੀ ਜੋ ਹੈ ਸਿਗਮੰਡ ਫਰੋਇਡ ਦੀ ਸੀ। ਇਹ ਸਕੂਲ ਵੀ ਸਿਗਮੰਡ ਫਰੋਇਡ ਦਾ ਹੀ ਸੀ। ਠੀਕ ਹੈ, ਉਹਨਾਂ ਨੇ ਇਸ ਸੰਪਰਦਾਇ ਦੇ ਵਿੱਚ ਕੀ ਕਿਹਾ ਕਿ ਮਨੁੱਖ ਦੇ ਜੋ ਬਿਹੇਵੀਅਰ ਹੈ, ਉਹਦੇ ਵਿੱਚ ਯੌਨ ਕਾਰਕ, ਜੋ ਸੈਕਸ਼ੂਅਲ ਫੈਕਟਰ ਆ, ਉਹ ਕਾਫੀ ਮਹੱਤਵਪੂਰਨ ਸਥਾਨ ਰੱਖਦੇ ਆ। ਠੀਕ ਹੈ, ਇਹ ਸੰਪਰਦਾਇ ਦੇ ਵਿੱਚ ਉਸਨੇ ਨਾਲ ਨਾਲ ਇਹ ਵੀ ਕਿਹਾ ਕਿ ਬੱਚੇ ਨੂੰ ਬਾਲ ਕੇਂਦਰਿਤ ਸਿੱਖਿਆ ਦਿੱਤੀ ਜਾਏ। 2 ਤਰ੍ਹਾਂ ਦੀ ਸਿੱਖਿਆ ਹੁੰਦੀ ਹੈ, ਚਾਈਲਡ ਸੈਂਟਰਡ ਔਰ ਦੂਸਰੀ ਹੈ ਟੀਚਰ ਸੈਂਟਰਡ। ਚਾਈਲਡ ਸੈਂਟਰ ਦੇ ਵਿੱਚ ਕੀ ਹੁੰਦਾ ਹੈ ਕਿ ਬੱਚੇ ਦੀ ਏਜ ਦੇਖੀ ਜਾਂਦੀ ਹੈ, ਉਸ ਦੀ ਮੈਂਟਲ ਅਬਿਲਿਟੀ ਦੇਖੀ ਜਾਂਦੀ ਹੈ, ਉਸ ਦੀ ਗਰੋਥ ਦੇਖੀ ਜਾਂਦੀ ਹੈ ਕਿ ਬੱਚਾ ਕਿੰਨਾ ਅਡੋਪਟ ਕਰ ਰਿਹਾ ਜੋ ਆਪਾਂ ਉਹਨੂੰ ਸਿਖਾ ਰਹੇ ਹਾਂ, ਲਰਨਿੰਗ ਪਾਵਰ ਦੇਖੀ ਜਾਂਦੀ ਹੈ। ਇਸ ਨੂੰ ਦੇਖਦੇ ਹੋਏ ਬੱਚੇ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਇਹੀ ਸਿਗਮੰਡ ਫਰੋਇਡ ਨੇ ਕਿਹਾ ਕਿ ਬਾਲ ਕੇਂਦਰਿਤ ਸਿੱਖਿਆ ਹੋਣੀ ਚਾਹੀਦੀ ਹੈ। ਅੱਜ ਦੀ ਜੋ ਸਿੱਖਿਆ ਉਹ ਬਿਲਕੁਲ ਇਸ ਨੂੰ ਲੈ ਕੇ ਚੱਲ ਰਹੀ ਹੈ ਕਿ ਚਾਈਲਡ ਸੈਂਟਰਡ ਹੈ, ਨਾ ਕਿ ਟੀਚਰ ਸੈਂਟਰਡ। ਸ਼ੁਰੂ ਵਿੱਚ ਕੀ ਹੁੰਦਾ ਸੀ ਕਿ ਆਪਾਂ ਪੁਰਾਤਨ ਯੁੱਗ ਦੀ ਗੱਲ ਕਰੀਏ ਤਾਂ ਮੰਦਿਰਾਂ ਦੇ ਵਿੱਚ, ਜਾਂ ਮਸਜਿਦਾਂ ਦੇ ਵਿੱਚ, ਜਾਂ ਗੁਰਦੁਆਰਿਆਂ ਦੇ ਵਿੱਚ ਮਹੰਤ, ਪੰਡਿਤ ਔਰ ਜੋ ਮਸਜਿਦ ਦੇ ਵਿੱਚ ਕੌਣ ਦਿੰਦੇ ਆ, ਕੀ ਕਹਿੰਦੇ ਆ ਉਹਨੂੰ, ਜੋ ਵੀ ਪਾਦਰੀ ਵਗੈਰਾ ਹੁੰਦੇ ਆ, ਉਹ ਸਿੱਖਿਆ ਦਿੰਦੇ ਸੀ। ਉਹ ਲੈਕਚਰਰ ਟਾਈਪ ਸਿੱਖਿਆ ਦਿੰਦੇ ਸੀ। ਇਹ ਨਹੀਂ ਦੇਖਦੇ ਸੀ ਕਿ ਬੱਚਿਆਂ ਨੂੰ ਕਿੰਨਾ ਸਮਝ ਆ ਰਿਹਾ ਜਾਂ ਕਿੰਨਾ ਨਹੀਂ। ਠੀਕ ਹੈ, ਇਹ ਮਨੋਵਿਸ਼ਲੇਸ਼ਣ ਆਤਮਕ ਜੋ ਹੈ ਸੰਪਰਦਾਇ ਸੀ। ਠੀਕ ਹੈ, ਇਹੀ ਇੰਨੇ ਸੰਪਰਦਾਇ ਸੀ। ਇਹਨਾਂ ਬਾਰੇ ਮੇਨਲੀ ਤੁਹਾਨੂੰ ਜਾਣਨਾ ਜ਼ਰੂਰੀ ਹੈ। ਅਗਰ ਕਿਸੇ ਨੂੰ ਫਿਰ ਵੀ ਡਾਊਟ ਹੈ ਤਾਂ ਪੁੱਛ ਲਿਓ।
मैं अनम्यूट कर रहा, हैंड रेज करियो 1 by 1। हाँ जी रजनी बाजवा, हैंड रेज उदों ਦਾ ਹੀ ਹੈ ਜਾਂ ਹੁਣੇ ਕੀਤਾ? ਸਰ ਹੁਣੇ ਕਰਿਆ, ਮੇਰਾ ਨਾ ਥੋੜਾ ਜਿਹਾ ਪੁਆਇੰਟ ਰਹਿ ਗਿਆ ਸੀਗਾ। ਕਿਹੜਾ ਪੁਆਇੰਟ? ਹੈਲੋ ਹਾਂਜੀ ਕਿਹੜਾ ਪੁਆਇੰਟ? ਸਰ ਇਹ ਗੈਸ ਦੇ ਬਾਰੇ ਵਿੱਚ ਤਾਂ ਕਿੰਨਾ ਤਿੰਨ ਉਹ ਦੱਸੇ ਸੀ ਮਨੋਵਿਗਿਆਨੀ मैक्स वर्दीमर, कोलहर और कोफका। मैक्स वर्दीमर, वर्दीमर रारा है पिछे र, जिन्नू हिंदी च कह दिंदे आ आर। ओके तीसरे वाला बोलना दसो केड़ा तीसरे वाला? कोफका, कोफका कोरल नहीं है, कोफका है। एक कोफका, तीसरा केड़ा सीगा? कोलहर, कोलहर ते होड़ा हाहा लल्ला रारा। और किसी का कोई डाउट? जीपीएस बस्ती नानकसर जीवन का मैसेज आया है, रीड कर लेने। जसविंदर कौर आवाज नहीं आ रही सी मेरी? संदीप मौलवी, हाँ मौलवी मस्जिद ਦੇ ਵਿੱਚ ਜੋ ਹੈ ਸਿੱਖਿਆ ਦਿੰਦੇ ਸੀ, ਹੁਣ ਵੀ ਦਿੰਦੇ ਹੀ ਆ। जीपीएस बस्ती नानकसर 11:30 क्लास टाइम चेंज नहीं हो सकता सर, आई हैव अ डाउट एक्चुअली इट्स पर्सनली। हाँ मैसेज कर दियो पर्सनली है कोई। आई वाज प्रिपेयर्ड फॉर यूपीएससी, ओके नो प्रॉब्लम, कर दियो मैसेज पर्सनली कर दियो। और किसी ਨੂੰ कोई डाउट है? ਬਾਕੀ ਸਭ ਵੋਟ ਕਰ ਦਿਓ। ਪੋਲ ਪਾਇਆ ਹੋਇਆ ਸੀ ਕਿ ਟਾਈਮਿੰਗ ਕਹਿ ਰਹੇ ਸੀ ਚੇਂਜ ਹੋਏਗੀ, ਚੇਂਜ ਕਰ ਦਿਓ। ਸਭ ਨੂੰ ਟਾਈਮਿੰਗ ਸੈੱਟ ਨਹੀਂ ਪੈ ਰਹੀ ਹੈ ਸੁਬਹ ਵਾਲੀ ਜੋ ਮੀਟਿੰਗ ਹੁੰਦੀ ਹੈ। ਸੋ ਸਭ ਵੋਟ ਕਰ ਦਿਓ। ਅਗਰ ਸਭ ਜਿਨ੍ਹਾਂ ਦੀ ਵੋਟ ਜ਼ਿਆਦਾ ਹੋਈ ਫਿਰ ਆਪਾਂ ਉਹ ਟਾਈਮ ਦੇਖ ਲਾਂਗੇ ਜਾਂ ਉਹਦੇ ਵਿੱਚ ਵਿਚਕਾਰ ਵਾਲਾ ਕੋਈ ਟਾਈਮ ਸੈੱਟ ਕਰ ਲਾਂਗੇ ਜੋ ਸਭ ਨੂੰ ਪਰਫੈਕਟ ਲੱਗੇ। ਹਾਂਜੀ ਗੁਰਪ੍ਰੀਤ ਕੌਰ। ਮੈਂ ਪੁੱਛਣਾ ਸੀ ਸਾਈਕੋਲੋਜੀ ਦੇ ਪੀਡੀਐਫ ਤੁਸੀਂ ਸੈਂਡ ਕਰੋਗੇ ਗਰੁੱਪ ਵਿੱਚ? ਸਾਈਕੋ ਦੇ ਪੀਡੀਐਫ ਸੈਂਡ ਹੋਏ ਹੋਏ ਆ ਲੇਕਿਨ ਉਹਨਾਂ ਰੀਡ ਨਹੀਂ ਕਰ ਪਾਓਗੇ, ਨਾ ਹੀ ਸਮਝ ਆਏਗਾ ਜਲਦੀ। ਬਾਕੀ ਪੜਨ ਨੂੰ ਪੀਡੀਐਫ ਮੈਂ ਸ਼ੇਅਰ ਕੀਤੇ ਹੋਏ ਆ, ਮੈਂ ਨਹੀਂ ਕੀਤੇ, ਮੰਜੂ ਨੇ ਕੀਤੇ ਸੀ, ਇੱਕ ਗਰੁੱਪ ਦੇ ਮੈਂਬਰ ਹੀ ਆ ਉਹ, ਉਹੀ ਸੇਮ ਪੀਡੀਐਫ ਮੇਰੇ ਕੋਲ। ਮੈਂ ਗਰੁੱਪ ਨਾ ਤੁਹਾਡਾ ਯਾਨੀ ਕਿ ਮੈਂ ਕੱਲ ਹੀ ਜੁਆਇਨ ਕੀਤਾ, ਮੈਨੂੰ ਲਿੰਕ ਨਹੀਂ ਸੀਗਾ ਮੇਰੇ ਕੋਲ ਤੇ ਇਸ ਕਰਕੇ ਮੈਂ ਕਾਫੀ ਲੇਟ ਜੁਆਇਨ ਕੀਤੀ, ਇਸ ਕਰਕੇ ਮੈਂ ਕਿਹਾ ਟੈਲੀਗ੍ਰਾਮ ਗਰੁੱਪ ਜਾਂ WhatsApp ਗਰੁੱਪ? ਸਰ WhatsApp पर लिंक शेयर कर दो, मैं टेलीग्राम पे ਨਹੀਂ ਟੈਲੀਗ੍ਰਾਮ ਤੇ ਹੀ ਨੋਟ, ਸਾਰੇ ਟੈਲੀਗ੍ਰਾਮ ਤੇ ਹੀ ਆ, WhatsApp ਤੇ ਕੋਈ ਨੋਟ। ਚਲੋ ਠੀਕ ਹੈ, ਥੈਂਕ ਯੂ ਸਰ। ਹਾਂਜੀ ਸੰਦੀਪ। ਜਿੱਦਾਂ ਕਿ ਮੈਂ ਯੂਪੀਐਸਸੀ ਦੀ ਪ੍ਰੈਪਰੇਸ਼ਨ ਕਰ ਰਿਹਾ ਹਾਂ ਤੇ ਜਿਵੇਂ ਕਿ ਉਹਦੀ ਪੋਲਿਟੀ ਹੈ, ਜੀਓਗ੍ਰਾਫੀ, ਇਕਨੋਮੀ ਦਾ ਆਲ ਓਵਰ ਸਬਜੈਕਟ ਆਫ ਯੂਪੀਐਸਸੀ ਤੇ ਬੈਨੀਫੀਸ਼ੀਅਲ ਹੋਣਗੇ ਪਟਵਾਰੀ ਦੇ ਲਈ? ਹਾਂ ਬਿਲਕੁਲ ਸਭ ਕੁਝ। ਜੇ ਆਪਾਂ ਇੰਨੇ ਹਾਈ ਲੈਵਲ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ, ਇੱਕ ਬੰਦਾ ਆਈਏਐਸ ਆਈਪੀਐਸ ਬਣਨ ਜਾ ਰਿਹਾ, ਸੋ ਉਹਦੇ ਲਈ ਤਾਂ ਹਰੇਕ ਐਗਜ਼ਾਮ ਈਜ਼ੀ ਹੈ ਨਾ। ਹਰੇਕ ਜੋ ਸਬਜੈਕਟ ਆਪਾਂ ਉਹਦੇ ਵਿੱਚ ਪੜ੍ਹਦੇ ਹਾਂ ਉਹ ਜੇਕਰ ਉਹਦਾ ਸਿਲੇਬਸ ਦੂਸਰੇ ਐਗਜ਼ਾਮ ਵਿੱਚ ਐਡ ਹੈ ਤਾਂ ਆਪਾਂ ਆਪਣੇ ਲਈ ਬੈਨੀਫੀਸ਼ੀਅਲ ਹੀ ਆ। ਤੁਸੀਂ ਐਨਸੀਈਆਰਟੀ ਤੋਂ ਪੜ੍ਹਿਆ ਨਾ ਤੁਸੀਂ? ਹਾਂ ਬਸ ਐਨਸੀਈਆਰਟੀ ਫੋਲੋ ਕਰੋ, ਮੇਰੇ ਪੰਜਾਬ ਫਿਰ ਪੰਜਾਬ ਬੋਰਡ ਫੋਲੋ ਨਾ ਕਰੋ। ਤੇ ਟੈਸਟ ਸੀਰੀਜ਼ ਬੈਨੀਫੀਸ਼ੀਅਲ ਹੋਣਗੇ ਇਹਦੇ ਲਈ? ਪਟਵਾਰੀ ਵਾਲੇ ਮੇਰੇ ਗਰੁੱਪ ਵਿੱਚ ਜੁਆਇਨ ਹੋ ਤੁਸੀਂ? ਐਕਚੁਅਲੀ ਬਿਫੋਰ 2 ਡੇਜ਼ ਹੀ ਜੁਆਇਨ ਕੀਤਾ ਸੀ। ਜਿੰਦੇ ਚੋਂ ਲਿੰਕ ਮੈਂ ਸ਼ੇਅਰ ਕੀਤਾ ਉੱਥੇ ਹੀ ਮੀਟਿੰਗ ਜੁਆਇਨ ਕੀਤੀ ਤੁਸੀਂ? ਟੈਲੀਗ੍ਰਾਮ ਤੇ ਸਰਚ ਕੀਤਾ ਸੀ। ਓਕੇ ਓਕੇ, ਨੈਬ ਤਹਿਸੀਲਦਾਰ ਦਾ ਕੋਈ ਗਰੁੱਪ ਸਰਚ ਕੀਤਾ ਸੀ, ਦੈਨ ਫਿਰ ਗਰੁੱਪ ਮਿਲਿਆ ਇਹ ਵਾਲਾ। ਹਾਂ ਓਕੇ ਓਕੇ। ਉਹਦੇ ਵਿੱਚ ਮੌਕ ਟੈਸਟ ਪਏ ਹੋਏ ਆ, ਵੈਸੇ ਮੈਂ ਪਾਏ ਸੀ, ਨੈਬ ਤਹਿਸੀਲਦਾਰ ਦੇ ਵੀ ਪਾਏ ਸੀ ਮੌਕ ਟੈਸਟ।
ਸਰ ਜਿੱਦਾਂ ਤੁਸੀਂ ਸਾਡਾ ਪੰਜਾਬ ਦੀ ਬੁੱਕ ਵਿੱਚ ਮੈਂਸ਼ਨ ਕੀਤੀ ਹੈ, ਜਿੱਦਾਂ ਉਹ ਮੈਂ ਰੀਡ ਕਰ ਲਿੱਤੀ ਹੈ, ਤੇ ਬੇਸਿਕਸ ਦੇ ਲਈ ਉਹ ਬੈਨੀਫੀਸ਼ੀਅਲ ਹੈ ਜਾਂ ਹੋਰ ਤਰ੍ਹਾਂ ਡਿਟੇਲ ਵਿੱਚ ਜਾਣਾ ਪਵੇਗਾ? ਵੀਰੇ ਸਾਡਾ ਪੰਜਾਬ ਦੇ ਵਿੱਚ ਮੇਰੇ ਕੋਲ ਵੀ ਬੁੱਕ ਪਈ ਆ, ਵੈਸੇ ਉਹਦੇ ਵਿੱਚ ਇੰਨਾ ਡੀਪਲੀ ਕੁਛ ਨਹੀਂ ਦਿੱਤਾ ਹੋਇਆ, ਮੈਂ ਪੜ੍ਹੀ ਆ। ਜੇਕਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਪੜ੍ਹੋਗੇ ਤਾਂ ਉਹ ਵੀ ਬੈਟਰ ਆ, ਲੇਕਿਨ ਲਾਈਟਲੀ ਨੌਲੇਜ ਲਈ